जप तप संयम धर्म न कमाया। सेवा साध न जानिया हर राया। कहो नानक हम नीच कर्मा, शरण परे की रखो शर्मा। कहा बुद्ध प्रभ तुझ हमारी, वरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जीओ। आप मूरख मुग्ध शरणागति, मिल गोविंद रंगा राम राजे। गुरपुर हर पाया, हर भगत एक मंगा। मेरा मन तन शब्द विगासिया, जप अनंत तरंगा। मिल संत जना हर पाया, नानक सत संगा। हम मूरख मुग्ध शरणागति। वाहिगुरु जी का खालसा, वाहिगुरु जी की फतेह। पतित पावन भगत वत्सल, अंतरजामी करुणा निधान गुरु गरीब नवाज। कलयुग के तारणहारे शब्द गुरु, दसां ही पातशाहियां के आत्मिक स्वरूप जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे अपार बख्शिश रहमत दा सदका अमृत वेले तो महाराज साहब जी की पावन पवित्र हजूरी अंदर दीवान सजे सन। सजे हो दीवाना अंदर अमृतमई पावन गुरबाणी दे जाप, आशा की वार गुरबाणी का रस पिन्ना कीर्तन आप संगतां ने सरवण किया है। आओ साध संगत जी होर भी कोई समा प्यार सत्कार सहित सतगुरु जी के चरणों में बैठ के, जो हर रोज़ इस पावन अस्थान गुरुद्वारा लंगर साहिब विखे लड़ीवार गुरबाणी की कथा सरवण करते हाँ। प्यार सत्कार सहित सतगुरु जी के चरणों में बैठ के गुरु शब्द के विचार नाल जुड़ के लाहे प्राप्त करिए। धन सतगुरु श्री गुरु रामदास साहिब जी महाराज हजूर संतां दी बाणी अंदर उपदेश बख्शिश कर रहे हैं। जिवें सिखां ने बेनती की सी गरीब नवाज, जो पहले स्वरूप धन गुरु नानक देव साहिब महाराज साहब जी के समय तो लैके फिर दूसरे पातशाह जी के समय, तीसरे पातशाह धन गुरु अमरदास साहिब महाराज जी के समय, तो हुण भी महाराज केवल पौड़ियां का ही रागी सिंह शब्द गायन करते हैं। किरपा करके महाराज कोई संत नाल श्लोक उच्चारण करो जिन्हां दा नाल जाप किया जा सके। सिखां दे बेनती करने ते महाराज साहब जी ने संतां दी बाणी उच्चारण की है। दो पौड़ियां दी गल विचार होई सी।
ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਅੱਗੇ ਜਗਿਆਸਾ ਭਾਵਨਾ ਦੁਆਰਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ ਕਿ ਕਿਵੇਂ ਨਿਮਰਤਾਵਾਨ ਹੋ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ। ਜਦੋਂ ਤੱਕ ਹਿਰਦੇ ਅੰਦਰ ਮਨੁੱਖ ਹੰਕਾਰ ਧਾਰਨ ਕਰਕੇ ਰੱਖਦਾ ਹੈ, ਉਦੋਂ ਤੱਕ ਸਤਿਗੁਰੂ ਜੀ ਤੋਂ ਖੁਸ਼ੀਆਂ ਨਹੀਂ ਕਦਾਚਿਤ ਵੀ ਪ੍ਰਾਪਤ ਕਰ ਸਕਦਾ। ਹਜੂਰ ਦੇ ਗੁਰਬਾਣੀ ਅੰਦਰ ਮੁੱਖ ਵਾਕ ਹਨ, ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ, ਕਿ ਸਤਿਗੁਰੂ ਜੀ ਦੇ ਨਾਲ ਹੁਕਮ ਨਹੀਂ ਕਦਾਚਿਤ ਵੀ ਚੱਲ ਸਕਦਾ। ਤੇ ਜਿਹੜਾ ਜਬਰਨ ਜ਼ੋਰ ਪਾ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਇਹ ਸਾਧ ਸੰਗਤ ਜੀ ਬੇਨਤੀ ਨਹੀਂ ਹੁਕਮ ਹੀ ਹੋਇਆ ਕਰਦਾ ਹੈ ਕਿ ਮਹਾਰਾਜ ਇਹ ਮੇਰੀ ਮਨ ਦੀ ਮੁਰਾਦ ਇੱਦਾਂ ਹੋਣਾ ਹੀ ਚਾਹੀਦਾ ਹੈ। ਨਾ ਪੂਰੀ ਹੋਵੇ ਤੇ ਫਿਰ ਸ਼ਿਕਵਾ ਕਰਨਾ ਕਿ ਮਹਾਰਾਜ ਕਿਉਂ ਨਹੀਂ ਮੇਰੇ ਮਨ ਦੀ ਮੁਰਾਦ ਪੂਰੀ ਕੀਤੀ, ਕਿਉਂ ਨਹੀਂ ਮੈਨੂੰ ਇਹ ਦਾਤ ਦਿੱਤੀ, ਇਹ ਮੇਰੇ ਕਾਰਜ ਦੀ ਵੀ ਸਫਲਤਾ ਕਿਉਂ ਨਹੀਂ ਕੀਤੀ। ਫਿਰ ਕਈ ਤਰ੍ਹਾਂ ਸਾਧ ਸੰਗਤ ਜੀ ਮਨ ਦੇ ਅੰਦਰ ਵਿਚਾਰਾਂ ਬਣਾ ਕਰਕੇ ਸਤਿਗੁਰੂ ਜੀ ਦੇ ਉੱਪਰ ਸ਼ਿਕਵਾ ਕਰਨਾ। ਗਰੀਬ ਨਵਾਜ ਹਜੂਰ ਕਹਿੰਦੇ ਇਹ ਬੇਨਤੀ ਨਹੀਂ, ਇਹ ਹੁਕਮ ਹੈ ਕਿ ਜ਼ਬਰਨ ਹੁਕਮ ਮਨਾਉਣਾ ਮਹਾਰਾਜ ਨੇ ਇੱਦਾਂ ਹੋਣਾ ਚਾਹੀਦਾ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਜਿਵੇਂ ਮੇਰਾ ਮਨ ਕਹਿੰਦਾ। ਪਰ ਸਤਿਗੁਰੂ ਜੀ ਦੇ ਨਾਲ ਬੇਨਤੀ ਕਰਨੀ ਹੀ ਸਾਧ ਸੰਗਤ ਜੀ ਭਾਵਦੀ ਹੈ। ਗੁਰਮੁਖਾਂ ਔਰ ਮਨਮੁਖਾਂ ਦੇ ਵਿੱਚ ਇਹੋ ਹੀ ਤੇ ਅੰਤਰ ਹੁੰਦਾ। ਮਨਮੁਖ ਬੰਦਾ ਵੀ ਅਰਦਾਸ ਕਰਦਾ ਪਰ ਜਬਰਨ ਕਹਿੰਦਾ ਕਿ ਮਹਾਰਾਜ ਇੱਦਾਂ ਹੀ ਹੋਣਾ ਚਾਹੀਦਾ ਹੈ, ਔਰ ਗੁਰਮੁਖ ਜਨ ਵੀ ਬੇਨਤੀ ਕਰਦਾ। ਅਰਦਾਸ ਗੁਰਮੁਖ ਪਿਆਰਾ ਵੀ ਕਰਦਾ, ਪਰ ਦੋਵੇਂ ਹੱਥ ਜੋੜ ਕਰਕੇ ਹੀ ਮਹਾਰਾਜ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਆਪ ਜੀ ਨੂੰ ਭਾ ਜਾਵੇ ਤਾਂ ਮਹਾਰਾਜ ਕਾਰਜ ਰਾਸ ਆ ਜਾਵੇ, ਸਫਲਾ ਹੋ ਜਾਵੇ। ਜੇ ਨਹੀਂ ਭਾਵਨਾ ਤੇ ਮਹਾਰਾਜ ਤੁਹਾਡੇ ਭਾਣੇ ਵਿੱਚ ਹੈ। ਮੇਰਾ ਕੋਈ ਜ਼ੋਰ ਥੋੜਾ, ਮੇਰਾ ਕੋਈ ਬਲ ਥੋੜਾ ਹੈ। ਔਰ ਗੁਰਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਕਚਿਤ ਹੋ ਕਰਕੇ ਜੋਦੜੀਆਂ ਕਰਦੇ ਹਨ। ਇਸ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ। ਅਰਦਾਸ ਕਹੀਏ ਕਿ ਅਰਜ਼ ਕਰਨੀ, ਬੇਨਤੀ ਕਰਨੀ। ਮਹਾਰਾਜ ਜਿਵੇਂ ਕੋਈ ਨੌਕਰ ਸਾਧ ਸੰਗਤ ਜੀ ਮਾਲਕ ਦੇ ਅੱਗੇ ਹੁਕਮ ਚਲਾਵੇ, ਉਹ ਮਾਲਕ ਦੀਆਂ ਖੁਸ਼ੀਆਂ ਥੋੜਾ ਪ੍ਰਾਪਤ ਕਰ ਸਕਦਾ ਹੈ। ਜਾਂ ਫਿਰ ਇੱਕ ਮਾਤਾ ਪਿਤਾ ਹੈ, ਬੱਚਾ ਜਿੱਦ ਕਰਦਾ ਕਿ ਮੈਨੂੰ ਇਹ ਦਾਤ ਚਾਹੀਦੀ ਹੈ। ਬੇਸਮਝ ਇੱਕ ਬਾਲਕ ਹੈ, ਬੱਚਾ ਹੈ, ਕਿਸੇ ਖਿਡੌਣੇ ਦਾ, ਵੱਡੇ ਖਿਡੌਣੇ ਦੀ ਬਾਰ-ਬਾਰ ਜ਼ਿੱਦ ਕਰਦਾ ਕਿ ਮੈਨੂੰ ਇਹੋ ਚਾਹੀਦਾ, ਪਰ ਮਾਤਾ ਪਿਤਾ ਨੂੰ ਪਤਾ ਕਿ ਜੇ ਸਾਂਭਣ ਦੇ ਯੋਗ ਨਹੀਂ ਹੈ। ਇਹ ਵੱਡਾ ਖਿਡੌਣਾ, ਇਸ ਨੂੰ ਲੈ ਤੇ ਦੇਣਾ, ਜੇ ਲੈ ਦਿੱਤਾ ਤੇ ਇਸ ਨੇ ਹੁਣੇ ਹੀ ਤੋੜ ਲੈਣਾ, ਇਹਦੇ ਤੋਂ ਸਾਂਭਿਆ ਨਹੀਂ ਜਾਣਾ। ਤੇ ਸਾਧ ਸੰਗਤ ਜੀ ਬਾਰ-ਬਾਰ ਜ਼ਿੱਦ ਕਰਨੇ ਤੇ ਜੇ ਮਾਤਾ ਪਿਤਾ ਲੈ ਵੀ ਦਿੰਦੇ ਆ ਨਾ, ਫਿਰ ਤੋੜ ਕੇ ਫਿਰ ਰੋਣ ਲੱਗ ਪੈਂਦਾ। ਇਹ ਬੱਚੇ ਦਾ ਸੁਭਾਅ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਦੀ ਤਰ੍ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਜਿਸ ਵਾਹਿਗੁਰੂ ਨੇ ਜਗਤ ਰੂਪ ਬਾਲਕ ਨੂੰ ਜਨਮ ਦਿੱਤਾ, ਉਹ ਮਾਤਾ ਪਿਤਾ ਦੀ ਤਰ੍ਹਾਂ ਪਰਮੇਸ਼ਰ ਆਪ ਹੈ। ਜੀਵ ਭਾਵੇਂ ਬਾਰ-ਬਾਰ ਜਿੱਦ ਕਰਦਾ ਹੈ ਕਿ ਮਹਾਰਾਜ ਮੈਨੂੰ ਇਹ ਦਾਤ ਚਾਹੀਦੀ ਹੈ, ਪਰ ਸਤਿਗੁਰੂ ਜੀ ਜਾਣਦੇ ਹਨ ਕਿ ਦਾਤ ਅਜੇ ਸਾਂਭਣ ਦੇ ਯੋਗ ਨਹੀਂ ਹੈ। ਜਦੋਂ ਯੋਗ ਹੋਵੇਗਾ, ਪਰਾਰਬਧ ਦੇ ਵਿੱਚ ਹੋਵੇਗੀ, ਤਾਂ ਇਸ ਜੀਵ ਨੂੰ ਇਹ ਦਾਤ ਪ੍ਰਾਪਤ ਹੋਵੇਗੀ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਸਿੱਖ ਨੂੰ ਅਰਦਾਸ ਹੀ ਕਰਨੀ ਚਾਹੀਦੀ ਹੈ, ਔਰ ਨਿਮਰਤਾਵਾਨ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਹਰ ਸਮੇਂ ਅਰਜ਼ ਬੇਨਤੀਆਂ ਕਰਦਾ ਰਹੇ। ਸੋ ਆਓ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਜਿਵੇਂ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਮੂਰਖ ਮੁਕਤ ਸਰਨਾਗਤੀ। हे ਅਕਾਲ ਪੁਰਖ ਪਰਮਾਤਮਾ ਜੀ, ਅਸੀਂ ਵੇਦਾਂ ਸ਼ਾਸਤਰਾਂ ਕਰਕੇ ਮੂਰਖ ਹਾਂ। ਪਰਮਾਰਥ ਦੇ ਰਸਤੇ ਦਾ ਗਿਆਨ ਨਾ ਹੋਣੇ ਕਰਕੇ ਮਹਾਰਾਜ ਬੇਸਮਝ ਹਾਂ। ਭਾਵ ਨਾ ਤਾਂ ਸਾਨੂੰ ਵਿਵਹਾਰਿਕ ਗਿਆਨ ਹੈ, ਨਾ ਪਰਮਾਰਥ ਦੇ ਰਸਤੇ ਤੇ ਚੱਲਣ ਦਾ ਗਿਆਨ ਹੈ। ਇੱਕ ਹੁੰਦਾ ਮੂਰਖ, ਇੱਕ ਹੁੰਦਾ ਮੁਗਧ। ਮੂਰਖ ਕਹਿੰਦੇ ਨੇ ਬੇਸਮਝ ਨੂੰ, ਤੇ ਮੁਗਧ ਕਿਹਾ ਜਾਂਦਾ ਉਹਦੇ ਨਾਲੋਂ ਵੀ ਵੱਡਾ ਮੂਰਖ। ਮਹਾਰਾਜ ਨਾ ਤਾਂ ਸਾਨੂੰ ਸੰਸਾਰ ਦਾ ਗਿਆਨ ਹੈ, ਨਾ ਹੀ ਵੇਦਾਂ ਸ਼ਾਸਤਰਾਂ ਦਾ ਗਿਆਨ ਹੈ, ਨਾ ਹੀ ਪਰਮੇਸ਼ਰ ਆਪ ਜੀ ਦੀ ਪ੍ਰਾਪਤੀ ਦਾ ਸਾਨੂੰ ਗਿਆਨ ਹੈ। ਇਸ ਕਰਕੇ ਮਹਾਰਾਜ ਦੁਨਿਆਵੀ ਵੇਦਾਂ ਸ਼ਾਸਤਰਾਂ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਮੂਰਖ ਹਾਂ, ਬੇਸਮਝ ਹਾਂ। हे ਵਾਹਿਗੁਰੂ, ਆਪ ਜੀ ਦੀ ਪ੍ਰਾਪਤੀ ਦੇ ਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਮੁਗਧ ਹਾਂ। ਪਰ ਬੇਨਤੀ ਹੈ ਮਹਾਰਾਜ, ਤੁਹਾਡੀ ਸ਼ਰਨ ਸਾਨੇ ਜ਼ਰੂਰ ਧਾਰਨ ਕੀਤੀ ਹੈ। ਹਮ ਮੂਰਖ ਮੁਗਧ ਸਰਨਾਗਤੀ। ਇਹ ਮਨ ਵਿੱਚ ਆਸਾ ਲੈ ਕਰਕੇ, ਇਹ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵ ਕੋਈ ਪ੍ਰਾਣਾ ਧਾਰੀ ਜੀਵ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸ਼ਰਨ ਆ ਗਤੀ, ਉਹਦੀ ਸ਼ਰਨ ਵਿੱਚ ਆਏ ਹੋਏ ਜੀਵ ਦੀ ਗਤ ਹੋ ਜਾਂਦੀ ਹੈ। ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਕਿਸੇ ਪ੍ਰਕਾਰ ਦਾ ਵਿਘਨ ਨਹੀਂ ਵਿਆਪਦਾ, ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਲੱਗਦਾ ਜੋ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਇਸ ਲਈ ਮਹਾਰਾਜ, ਭਾਵੇਂ ਅਸੀਂ ਬੇਸਮਝ ਹਾਂ ਵੇਦਾਂ ਸ਼ਾਸਤਰਾਂ ਕਰਕੇ ਵੀ, ਔਰ ਪਰਮਾਰਥ ਦੇ ਰਸਤੇ ਤੋਂ ਰਹਿਤ ਹੋਣੇ ਕਰਕੇ ਮਹਾਰਾਜ ਅਸੀਂ ਮੁਗਧ ਹਾਂ, ਵੱਡੇ ਬੇਸਮਝ ਹਾਂ। ਰਾਈ ਮਾਤਰ ਵੀ ਸਾਨੂੰ ਕੋਈ ਸਮਝ ਨਹੀਂ ਹੈ। ਕਿਵੇਂ ਤੁਹਾਡੀ ਪ੍ਰਾਪਤੀ ਦੇ ਰਸਤੇ 'ਤੇ ਚੱਲਣਾ ਹੈ, ਕਿਵੇਂ ਮਹਾਰਾਜ ਪਰਮਾਰਥ ਦੇ ਰਸਤੇ 'ਤੇ ਤੁਰਨਾ, ਸਾਨੂੰ ਕੋਈ ਸਮਝ ਨਹੀਂ ਹੈ। ਪਰ ਤੁਹਾਡੀ ਸ਼ਰਨ ਦੇ ਵਿੱਚ ਆਏ ਆ, ਮਨ ਵਿੱਚ ਭਾਵਨਾ ਬਣਾ ਕਰਕੇ ਕਿ ਜੋ ਵੀ ਤੁਹਾਡੀ ਸ਼ਰਨ ਵਿੱਚ ਆਉਂਦਾ, ਜੋ ਸ਼ਰਨ ਆਵੇ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਤੁਹਾਡਾ ਧਰਮ ਹੈ ਸ਼ਰਨ ਆਏ ਦੀ ਲੱਜਿਆ ਰੱਖਣੀ। ਮਹਾਰਾਜ, ਭਾਵੇਂ ਅਸੀਂ ਵੱਡੇ ਅਵਗਣਹਾਰੇ ਹਾਂ, ਵੱਡੇ ਬੇਸਮਝ ਹਾਂ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਉਣੇ ਕਰਕੇ ਸਭ ਜੀਵ ਨੂੰ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਕਿਉਂਕਿ ਆਪ ਜੀ ਦੀ ਗਤੀ ਨੂੰ ਕੋਈ ਜਾਣ ਹੀ ਨਹੀਂ ਸਕਦਾ। ਹਰ ਕੀ ਗਤ ਨਹਿ ਕੋ ਜਾਣੈ। ਪਰਮੇਸ਼ਰ ਦੀ ਹੈਰਾਨੀਜਨਕ ਲੀਲਾ ਨੂੰ ਕੌਣ ਜਾਣ ਸਕਦਾ ਹੈ? ਉਹ ਤਾਂ ਸਾਧ ਸੰਗਤ ਜੀ ਖਲ ਪੰਡਿਤ ਤੇ ਮੂਰਖ ਕਰਬੋ ਪੰਡਿਤ ਤੇ ਮੁਗਧਾਰੀ। ਪਰਮੇਸ਼ਰ ਚਾਹੇ ਤਾਂ ਜਿਹੜੇ ਵੱਡੇ ਵੱਡੇ ਸੰਸਾਰ ਦੇ ਅੰਦਰ ਵਿਦਵਾਨ ਪੁਰਖ ਉਹਨਾਂ ਨੂੰ ਸਮੇਂ ਤੇ ਮੂਰਖ ਬਣਾ ਕਰਕੇ ਰੱਖ ਦੇਵੇ। ਜੇ ਚਾਹੇ ਤਾਂ ਮੂਰਖਾਂ ਨੂੰ ਵੱਡੇ ਵੱਡੇ ਵਿਦਵਾਨ ਬਣਾ ਕੇ ਰੱਖ ਦੇਵੇ। ਐਸਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਪਰਮੇਸ਼ਰ ਤੂੰ ਆਪ ਹੈ। ਇਸ ਲਈ ਮਹਾਰਾਜ, ਇਹ ਮਨ ਵਿੱਚ ਭਾਵਨਾ ਬਣਾ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਸਾਧ ਸੰਗਤ ਜੀ, 8ਵੇਂ ਜਾਮੇ ਅੰਦਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ ਹਜੂਰ ਨੇ ਲਾਲ ਚੰਦ ਪੰਡਿਤ ਦਾ ਹੰਕਾਰ ਤੋੜਿਆ ਸੀ। ਵਿਦਵਤਾ ਦਾ ਮਨ ਦੇ ਅੰਦਰ ਬੜਾ ਭਾਰਾ ਮਾਣ ਸੀ, ਤੇ ਸ਼ੰਕਾ ਵੀ ਕੀਤਾ ਸੀ ਕਿ ਛੋਟੀ ਜੀ ਆਰਮਲ ਹੈ ਤੇ ਨਾਮ ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ ਦੇ ਨਾਲੋਂ ਵੀ ਵੱਡਾ ਰਖਵਾਲੇ ਹੈ। ਇਹਨਾਂ ਨੂੰ ਗੀਤਾ ਦੇ ਅਰਥ ਵੀ ਨਹੀਂ ਆਉਂਦੇ ਹੋਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਛਿਜੂ ਜੀ ਝੀਵਰ ਜਾਤੀ ਦੇ ਪਿਆਰੇ ਗੁਰਸਿੱਖ ਮੁਖ ਤੋਂ ਸਾਧ ਸੰਗਤ ਜੀ ਗੂੰਗੇ ਤੇ ਕੰਨਾਂ ਤੋਂ ਬੋਲੇ ਸਨ। ਐਸੀ ਕਲਾ ਮਹਾਰਾਜ ਸਾਹਿਬ ਜੀ ਨੇ ਵਰਤਾ ਦਿੱਤੀ। ਹਜੂਰ ਨੇ ਹਸਤ ਕਮਲਾ ਵਿੱਚ ਫੜੀ ਹੋਈ ਛੜੀ ਦੇ ਨਾਲ ਐਸੀ ਕਿਰਪਾ ਕੀਤੀ ਸੀਸ ਤੇ ਰੱਖ ਕਰਕੇ। ਤੇ ਉਸੇ ਸਮੇਂ ਹੀ ਜਦੋਂ ਉੱਚੀ ਆਵਾਜ਼ ਦੇ ਵਿੱਚ ਹੀ ਬਚਨ ਕੀਤਾ, ਕਸਮਨੰ ਸ਼ਾਸਤਰ ਅਧੀਤੰ। ਹੇ ਲਾਲ ਚੰਦ ਪੰਡਿਤ, ਕਿਹੜੇ ਸ਼ਾਸਤਰ ਦੇ ਵਿੱਚੋਂ ਮੇਰੇ ਨਾਲ ਤੂੰ ਚਰਚਾ ਕਰਨੀ ਚਾਹੁੰਦਾ? ਤੇ ਪਹਿਲਾਂ ਤਾਂ ਆਵਾਜ਼ ਸੁਣ ਕੇ ਕੰਬਣ ਲੱਗ ਪਿਆ ਕਿ ਤਾਂ ਗੂੰਗਾ ਸੀ, ਬੋਲਣ ਕਿਵੇਂ ਲੱਗ ਪਿਆ। ਤੇ ਫਿਰ ਗੀਤਾ ਦੇ ਏਡੇ ਏਡੇ ਜਿਹੜੇ ਮਹਿੰਗੇ ਸ਼ਲੋਕਾਂ ਦੇ ਅਰਥ ਸਨ, ਇੱਕ ਇੱਕ ਸ਼ਲੋਕ ਦੇ ਕਈ ਕਈ ਅਰਥ ਕਰਕੇ ਸੁਣਾਏ। ਤੇ ਸਾਧ ਸੰਗਤ ਜੀ, ਲਾਲ ਚੰਦ ਪੰਡਿਤ ਨੂੰ ਤਰੇਲੀਆਂ ਆਉਣ ਲੱਗ ਪਈਆਂ।
ਫਿਰ ਚਰਨਾਂ ਤੇ ਢਹਿ ਪਿਆ। ਮਹਾਰਾਜ ਮੇਰੇ ਤੋਂ ਬੜੀ ਵੱਡੀ ਭੁੱਲ ਹੋ ਗਈ, ਮੈਂ ਤੁਹਾਨੂੰ ਜਾਣ ਨਹੀਂ ਸੀ ਸਕਿਆ। ਵਿਦਿਆ ਦੇ ਮਾਣ ਦੇ ਵਿੱਚ ਮਹਾਰਾਜ ਵਿਦਵਤਾ ਦੇ ਹੰਕਾਰ ਦੇ ਨਸ਼ੇ ਵਿੱਚ ਮੈਂ ਤੁਹਾਡੀ ਸ਼ਕਤੀ ਨੂੰ ਜਾਣ ਨਹੀਂ ਸਕਿਆ। ਇਸ ਲਈ ਮਹਾਰਾਜ हे ਗਰੀਬ ਨਵਾਜ, ਆਪ ਜੀ ਮੂਰਖਾਂ ਨੂੰ ਵੱਡੇ ਵੱਡੇ ਵਿਦਵਾਨ ਬਣਾਉਣ ਵਾਲੇ ਹੋ। ਹਮ ਮੂਰਖ ਮੁਗਧ ਸਰਨਾਗਤੀ। ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਅਸੀਂ ਚੱਲ ਕਰਕੇ ਆਏ ਹਾਂ। ਮਿਲ ਗੋਬਿੰਦ ਰੰਗਾ ਰਾਮ ਰਾਜੇ। हे ਰਾਜਾ ਸਰੂਪ ਪ੍ਰਮਾਤਮਾ, हे ਅਕਾਲ ਪੁਰਖ ਵਾਹਿਗੁਰੂ ਜੀ, ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮਿਲਣਾ ਕਰੋ। ਤੁਹਾਡੀ ਪ੍ਰਾਪਤੀ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਬਾਰ-ਬਾਰ ਬੇਨਤੀਆਂ ਕਰ ਰਹੇ ਹਾਂ। हे ਅਕਾਲ ਪੁਰਖ ਵਾਹਿਗੁਰੂ, ਸਭ ਰੰਗਾਂ ਰੰਗਾਂ ਵਿੱਚ ਵਰਤਣ ਵਾਲੇ ਪ੍ਰਮਾਤਮਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਮਹਾਰਾਜ ਆਪ ਹੀ ਸਭ ਤਮਾਮ ਸੰਸਾਰ ਭਰ ਦੇ ਰੰਗਾਂ ਰੂਪ ਹੋ ਕਰਕੇ ਵਰਤ ਰਹੇ ਹੋ। ਤੇ ਰੰਗ ਨਾਮ ਪਿਆਰ ਦਾ ਵੀ ਹੈ। हे ਪਿਆਰ ਦੇ ਵਸ ਹੋਣ ਵਾਲੇ ਪ੍ਰਮਾਤਮਾ, ਰੰਗ ਨਾਮ ਆਨੰਦ ਦਾ ਵੀ ਹੈ। हे ਅਕਾਲ ਪੁਰਖ ਵਾਹਿਗੁਰੂ, ਇੱਕ ਰਸ ਰਹਿਣ ਵਾਲੇ ਆਨੰਦ ਸਰੂਪ ਪਰਮੇਸ਼ਰ ਜੀ, ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮਿਲਣਾ ਕਰੋ। ਮਹਾਰਾਜ ਤੁਹਾਡੀ ਪ੍ਰਾਪਤੀ ਵਾਸਤੇ ਅਸੀਂ ਬੇਨਤੀ ਕਰ ਰਹੇ ਹਾਂ। ਸੰਸਾਰ ਦੇ ਅੰਦਰ ਥੱਕ ਹਾਰ ਕਰਕੇ ਕਦੇ ਕਿਸੇ ਪਾਸੇ ਕਦੇ ਕਿਸੇ ਦਰ ਤੇ ਭਟਕ ਕਰਕੇ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਮਿਲ ਗੋਬਿੰਦ ਰੰਗਾ ਰਾਮ ਰਾਜੇ। हे ਗੋ ਪ੍ਰਿਥਵੀ ਦੀ ਬਿੰਦ ਪਰਵਰਿਸ਼ ਕਰਨ ਵਾਲੇ ਪ੍ਰਮਾਤਮਾ, ਇੱਕ ਰਸ ਰਹਿਣ ਵਾਲੇ ਪਰਮੇਸ਼ਰ ਜੀ, ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮਿਲਣਾ ਕਰੋ। ਗੁਰ ਪੂਰੈ ਹਰਿ ਪਾਇਆ। ਕਿਉਂਕਿ ਜਿਨ੍ਹਾਂ ਨੇ ਵੀ ਪਰਮੇਸ਼ਰ ਆਪ ਜੀ ਨੂੰ ਪ੍ਰਾਪਤ ਕੀਤਾ ਹੈ, ਪੂਰੇ ਸਤਿਗੁਰੂ ਜੀ ਦੇ ਦੁਆਰਾ ਹੀ ਕੀਤਾ ਹੈ। ਜਿਸ ਜਿਸ ਜੀਵ ਨੇ ਪ੍ਰਮਾਤਮਾ ਨੂੰ ਪਾਇਆ ਹੈ, ਉਸ ਨੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਹੀ ਪਾਇਆ। ਗੁਰੂ ਕਿਰਪਾ ਤੋਂ ਬਿਨਾਂ ਕਦੇ ਪ੍ਰਮਾਤਮਾ ਨੂੰ ਕਿਸੇ ਨੇ ਪਾਇਆ ਹੀ ਨਹੀਂ ਹੈ। ਹਜੂਰ ਦੇ ਮੁਖ ਵਾਕ ਹਨ, ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਪੂਰੇ ਸਤਿਗੁਰੂ ਜੀ ਦੇ ਬਾਝੋਂ ਤਿੰਨਾਂ ਲੋਕਾਂ ਵਿੱਚ ਸੰਸਾਰ ਦੇ ਅੰਦਰ ਕਿਤੇ ਵੀ ਜਾ ਕਰਕੇ ਆਪਣਾ ਵਸੇਬਾ ਕਰ ਲਵੇ, ਕੋਈ ਵੀ ਦੁਨੀਆ ਦਾ ਸਾਧਨ ਸਾਧ ਕਰਕੇ ਦੇਖ ਲਵੇ, ਪਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਜੀਵ ਬੰਧਨਾਂ ਤੋਂ ਆਜ਼ਾਦ ਹੋ ਕਰਕੇ ਮੁਕਤ ਹੋ ਹੀ ਨਹੀਂ ਸਕਦਾ, ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਔਰ ਭਾਵੇਂ ਇੱਕ ਨਹੀਂ ਲੱਖਾਂ ਹੀ ਜਨਮ ਧਾਰਨ ਕਰ ਕਰਕੇ ਫੇਰ ਵੀ ਮਨੁੱਖਾ ਜੀਵਨ ਪਾ ਲਵੇ, ਅਜੇ ਵੀ ਗੁਰੂ ਵਾਲਾ ਨਹੀਂ ਬਣਦਾ, ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ, ਫਿਰ ਵੀ ਇਹ ਜੀਵ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋਣ ਵਾਲਾ ਨਹੀਂ ਹੈ। ਹਜੂਰ ਨੇ ਭੱਟ ਰਸਨਾ ਦੁਆਰਾ ਉਚਾਰਨ ਕੀਤਾ ਹੈ, हे ਜੀਵ ਤੇਰੀ ਜ਼ਿੰਦਗੀ ਵਿੱਚ ਡਾਢਾ ਹਨੇਰਾ ਹੀ ਹਨੇਰਾ ਹੈ। ਜਦੋਂ ਤੱਕ ਪੂਰੇ ਸਤਿਗੁਰੂ ਜੀ ਨੂੰ ਜੀਵਨ ਦੇ ਵਿੱਚ ਧਾਰਨ ਨਹੀਂ ਕਰਦਾ, ਤੈਨੂੰ ਕਦੇ ਪਰਮਾਰਥ ਦਾ ਰਸਤਾ ਦੇਸ ਹੀ ਨਹੀਂ ਸਕਦਾ। ਐਸੇ ਅਗਿਆਨ ਦੇ ਹਨੇਰੇ ਵਿੱਚ ਤੂੰ ਆਪਣੀ ਜ਼ਿੰਦਗੀ ਜਿਹੜੀ ਬਤੀਤ ਕਰ ਰਿਹਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਜੀ ਦੇ ਬਾਝੋਂ ਸਾਧ ਸੰਗਤ ਜੀ ਮਨੁੱਖ ਨੂੰ ਕੋਈ ਸਮਝ ਨਹੀਂ ਆਉਂਦੀ। ਜਿਵੇਂ ਕੋਈ ਬਵਰਾ ਝੱਲਾ ਕੋਈ ਪਾਗਲ ਮਨੁੱਖ ਹੁੰਦਾ ਹੈ ਨਾ, ਉਹਨੂੰ ਕੋਈ ਸਮਝ ਨਹੀਂ ਹੁੰਦੀ ਕਿਵੇਂ ਮੈਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆਨ ਤੋਂ ਬਿਨਾਂ ਇਹ ਮਨੁੱਖ ਪਾਗਲਾਂ ਦੀ ਤਰ੍ਹਾਂ ਝੱਲਿਆਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਫਿਰ ਰਿਹਾ ਹੈ। ਕੋਈ ਪਤਾ ਨਹੀਂ ਮੈਂ ਕਿਸ ਲਈ ਸੰਸਾਰ ਦੇ ਵਿੱਚ ਆਇਆ, ਮੈਨੂੰ ਕਰਨਾ ਕੀ ਚਾਹੀਦਾ, ਮੈਂ ਕੀ ਕਰ ਰਿਹਾ ਹਾਂ। ਇਉਂ ਬੇਸਮਝ ਦਾ ਦੁਆਰਾ ਇਸ ਸੰਸਾਰ ਦੀ ਭਟਕਣਾ ਵਿੱਚ ਪਿਆ ਰਹਿੰਦਾ। ਤੇ ਹਜੂਰ ਨੇ ਉਚਾਰਨ ਕੀਤਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧਾ, ਗੁਰੂ ਬਿਨ ਮੁਕਤ ਨਾ ਪਾਵੇ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਜੀਵ ਕਦੇ ਮੁਕਤ ਵੀ ਨਹੀਂ ਹੋ ਸਕਦਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹਨ, ਗੁਰ ਪੂਰੈ ਹਰਿ ਪਾਇਆ। ਹਜੂਰ ਕਹਿੰਦੇ ਹੈ, ਗੁਰਸਿੱਖੋ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਹੈ। ਹਰ ਭਗਤ ਇੱਕ ਮੰਗਾ। ਤੇ ਮਹਾਰਾਜ ਸ਼ਰਨ ਤਾਂ ਬਹੁਤ ਗੁਰਸਿੱਖ ਧਾਰਨ ਕਰਦੇ ਹੈ, ਪਰ ਪਾਇਆ ਕਿਹਨਾਂ ਨੇ ਹੈ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੇਵਲ ਇੱਕ ਪਰਮੇਸ਼ਰ ਦੀ ਭਗਤੀ ਦੀ ਮੰਗ ਕੀਤੀ ਹੈ। ਹਰ ਭਗਤ ਇੱਕ ਮੰਗਾ। ਹੋਰ ਦੁਨਿਆਵੀ ਸੰਸਾਰ ਦੇ ਸੁੱਖਾਂ ਨੂੰ ਛੱਡ ਕਰਕੇ ਕੇਵਲ ਇੱਕ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ,
ਕੇਵਲ ਪ੍ਰੇਮਾ ਭਗਤੀ ਦੀ ਦਾਤ ਜਿਨ੍ਹਾਂ ਨੇ ਮੰਗੀ ਆ ਨਾ ਮਹਾਰਾਜ, ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਨਾ। ਸਭ ਤੋਂ ਸ਼੍ਰੋਮਣੀ ਦਾਤ ਮੰਗਣ ਦੀ ਇਹ ਹੈ ਕਿ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਮੰਗੇ। ਹੇ ਗਰੀਬ ਨਵਾਜ, ਕਿਰਪਾ ਕਰੋ ਮੇਰੀ ਝੋਲੀ ਵਿੱਚ ਨਾਮ ਦਾ ਦਾਨ ਪਾ ਦੇਵੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਮਨ ਦੇ ਵਿੱਚ ਚਾਅ ਤੇ ਉਤਸ਼ਾਹ ਬਣਾ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਜੋਦੜੀਆਂ ਕੀਤੀਆਂ, ਹਜੂਰ ਕਹਿੰਦੇ ਜਿਨ੍ਹਾਂ ਨੇ ਭਗਤੀ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਮੰਗਿਆ, ਤਿਨਾਂ ਨੇ ਪ੍ਰਮਾਤਮਾ ਦੇ ਸਰੂਪ ਨੂੰ ਪਾਇਆ ਹੈ। ਸਤ ਸੰਗਤ ਇੱਕ ਬੜੀ ਪਿਆਰੀ ਗਾਥਾ ਹੈ। ਬੰਦਗੀ ਕਰਨ ਵਾਲੇ ਮਹਾਤਮਾ ਪੁਰਸ਼ ਸਨ। ਕਿਸੇ ਨੇ ਸਵਾਲ ਕੀਤਾ, ਜੀ ਇਹ ਸੰਸਾਰ ਦੇ ਲੋਕ ਆ, ਇਹ ਗਿਆਨ ਪ੍ਰਕਾਸ਼ ਸਰੂਪ ਦੇ ਵਿੱਚ ਕਿਉਂ ਨਹੀਂ ਆਵਣਾ ਕਰਦੇ? ਅੰਧਤਾਈ ਦੇ ਵਿੱਚ ਹੀ ਹਰ ਸਮੇਂ ਵਿਚਰਦੇ ਰਹਿੰਦੇ ਹੈ। ਹਿਰਦੇ ਅੰਦਰ ਗਿਆਨ ਕਿਉਂ ਨਹੀਂ ਸੰਸਾਰ ਦੇ ਅੰਦਰ ਜੀਵਾਂ ਨੂੰ ਪ੍ਰਾਪਤ ਹੁੰਦਾ ਪਿਆ? ਤਾਂ ਮਹਾਤਮਾ ਬੜੇ ਚੰਗੇ ਤੇ ਵਿਦਵਤਾ ਵੀ ਬਹੁਤ ਸੀ ਤੇ ਬੰਦਗੀ ਵੀ ਬਹੁਤ ਸਿਰੇ ਦੀ ਕਰਦੇ ਸਨ। ਉਹ ਮਨੁੱਖ ਨੂੰ ਜਵਾਬ ਦੇਣ ਦੇ ਵਾਸਤੇ ਕਹਿੰਦੇ ਇੱਕ ਕਾਪੀ ਤੇ ਪੈਨ ਲੈ ਕੇ ਆਇਆ ਤੇ ਕਹਿੰਦਾ ਕਿ ਨਗਰ ਦੇ ਵਿੱਚ ਕਿੰਨੇ ਕੁ ਘਰ ਹੋਣਗੇ? ਦੱਸਿਆ ਇੰਨੇ ਕੁ ਘਰ ਹੈ। ਕਹਿੰਦੇ ਹਰ ਇੱਕ ਪਰਿਵਾਰ ਦੇ ਹਰ ਇੱਕ ਜੀ ਦੀ ਜਿਹੜੀ ਹੈ ਨਾ, ਜੋ ਮਨ ਦੀ ਉਹਦੀ ਤਮੰਨਾ ਜਿਹੜੀ ਇੱਛਾ ਲਿਖ ਕਰਕੇ ਲੈ ਕੇ ਆਵੇ। ਇਸੇ ਤਰ੍ਹਾਂ ਹੀ ਹੋਇਆ। ਸਤ ਸੰਗਤ ਸਭ ਦੀ ਲਿਖ ਕਰਕੇ ਲਿਸਟ ਬਣਾ ਕੇ ਜਦੋਂ ਮਹਾਤਮਾ ਨੂੰ ਦਿੱਤੀ ਤੇ ਕਹਿੰਦੇ ਕਿ ਜੇ ਤੁਹਾਨੂੰ ਪਰਮਾਤਮਾ ਤੋਂ ਮੰਗਣਾ ਪਵੇ, ਰੱਬ ਦਾਤ ਦੇਣੀ ਚਾਹੇ, ਕੀ ਮੰਗੋਗੇ? ਕੋਈ ਕਹਿੰਦਾ ਮੈਨੂੰ ਦੁੱਧ ਪੁੱਤ ਦੇ ਦੇਵੇ, ਪਰਮਾਤਮਾ ਮੈਨੂੰ ਧਨ ਦੇਵੇ, ਸਾਡਾ ਪੁੱਤਰ ਬਾਹਰ ਚਲਾ ਜਾਵੇ, ਇਤਿਆਦਿ ਕੇਵਲ ਸੰਸਾਰ ਦੇ ਮਾਇਕੀ ਸੁੱਖਾਂ ਦੀ ਸਭ ਨੇ ਮੰਗ ਕੀਤੀ ਸੀ। ਕੋਈ ਇੱਕ ਅੱਧਾ ਸੀਗਾ ਜਿਸ ਨੇ ਕਿਹਾ ਕਿ ਮਹਾਰਾਜ ਮੈਨੂੰ ਸਿੱਖੀ ਕਿਰਪਾ ਕਰਕੇ ਆਪ ਨੇ ਸਿੱਖਾਂ ਦੇ ਘਰ ਜਨਮ ਦਿੱਤਾ, ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਸਿੱਖੀ ਬਖਸ਼ੀ ਤੇ ਸਿੱਖੀ ਕਮਾਉਣ ਦਾ ਬਲ ਬਖਸ਼ੋ। ਨਾਮ ਦੀ ਦਾਤ ਮੇਰੀ ਸ਼ਰਧਾ ਰੂਪ ਝੋਲੀ ਵਿੱਚ ਕਿਰਪਾ ਕਰਕੇ ਪਾਵੋ। ਇਹ ਇੱਕ ਅੱਧਾ ਕੋਈ ਉਹਨਾਂ ਦੇ ਵਿੱਚ ਨਿਕਲੇ ਸਾਰੇ ਨਗਰ ਦੇ ਵਿੱਚੋਂ। ਤੇ ਜਦੋਂ ਮਹਾਤਮਾ ਦੇ ਕੋਲ ਲਿਸਟ ਬਣਾ ਕਰਕੇ ਲਿਆਂਦੀ ਨਾ, ਉਹ ਸਾਰਾ ਵਰਕਾ ਜਦੋਂ ਪਾੜ ਕਰਕੇ ਸਾਹਮਣੇ ਦਿਖਾਇਆ, ਕਹਿੰਦੇ ਦੇਖ ਇੱਕ ਵੀ ਜੀਵ ਐਸਾ ਨਹੀਂ ਹੈ ਜਿਸ ਨੇ ਪਰਮੇਸ਼ਰ ਨੂੰ ਪਾਉਣ ਦੇ ਵਾਸਤੇ ਆਪਣੇ ਵਿਛੋੜੇ ਦਾ ਅਹਿਸਾਸ ਮਨ ਵਿੱਚ ਧਾਰਨ ਕਰਕੇ ਬੇਨਤੀ ਕੀਤੀ ਹੋਵੇ, ਮਹਾਰਾਜ ਆਪ ਕਿਰਪਾ ਕਰੋ, ਆਪਣੇ ਸਰੂਪ ਦੀ ਅਭੇਟਤਾ ਬਖਸ਼ਿਸ਼ ਕਰ ਦੇਵੋ। ਮਹਾਰਾਜ ਆਪਣੇ ਦੀਦਾਰ ਬਖਸ਼ਿਸ਼ ਕਰਕੇ ਮੈਨੂੰ ਨਿਹਾਲ ਕਰ ਦੇਵੋ। ਕੇਵਲ ਦੁਨਿਆਵੀ ਦਾਤਾਂ ਮੰਗਣ ਦੇ ਵਾਲੀ ਸਾਰੇ ਸੰਸਾਰ ਦੇ ਜੀਵਾਂ ਦਾ ਧਿਆਨ ਹੈ। ਤੇ ਇਹ ਲੁਕਾਈ ਦੇ ਜੀਵ ਫਿਰ ਭਲਾ ਕਿਵੇਂ ਸੰਸਾਰ ਦੇ ਅੰਦਰ ਗਿਆਨਮਨ ਬਣ ਸਕਦੇ ਹੈ? ਤਾਂ ਹੀ ਤਾਂ ਅੰਧਤਾਈ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਸ ਲਈ ਮਹਾਰਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਗੁਰ ਪੂਰੈ ਹਰ ਪਾਇਆ, ਹਰ ਭਗਤ ਇੱਕ ਮੰਗਾ। ਹੇ ਗੁਰਸਿੱਖੋ, ਜਿਨ੍ਹਾਂ ਨੇ ਕੇਵਲ ਇੱਕ ਭਗਤੀ ਦੀ ਮੰਗ ਕੀਤੀ, ਪਰਮਾਤਮਾ ਜੇ ਤਰੁੱਠੇ ਹੋ ਤਾਂ ਕਿਰਪਾ ਕਰਕੇ ਸਾਨੂੰ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰੋ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ, ਤਾਂ ਕਿਰਪਾ ਕਰੋ ਤਰੁੱਠੇ ਹੋ ਤਾਂ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾਵੋ। ਪ੍ਰੇਮਾ ਭਗਤੀ ਦੀ ਦਾਤ ਦੇ ਕਰਕੇ ਮਹਾਰਾਜ ਸਾਡਾ ਲੋਕ ਪਰਲੋਕ ਸਵਾਰ ਦੇਵੋ। ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖੋ, ਜਿਨ੍ਹਾਂ ਨੇ ਇਹ ਦਾਤ ਦੀ ਮੰਗ ਕੀਤੀ ਹੈ ਨਾ, ਪ੍ਰਮਾਤਮਾ ਦੇ ਚਰਨਾਂ ਦਾ ਪਿਆਰ, ਪ੍ਰੇਮਾ ਭਗਤੀ, ਤੇ ਇਹਨਾਂ ਨੇ ਵਾਹਿਗੁਰੂ ਜੀ ਦੇ ਸਰੂਪ ਨੂੰ ਪਾ ਲਿਆ ਹੈ। ਮੇਰਾ ਮਨ ਤਨ ਸ਼ਬਦ ਵਿਗਾਸਿਆ। ਔਰ ਹਜੂਰ ਕਹਿੰਦੇ ਐਸੇ ਉਹ ਜੁਗਿਆਸੂ ਜਨ ਪਰਮੇਸ਼ਰ ਦੇ ਪਿਆਰੇ ਹੈ। ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕਰਦੇ ਨੇ, ਹੈ ਪ੍ਰਮਾਤਮਾ ਜੀ ਸਾਡਾ ਮਨ ਵੀ ਤਨ ਵੀ ਮਹਾਰਾਜ ਤੁਹਾਡੇ ਉਪਦੇਸ਼ ਦੁਆਰਾ ਪ੍ਰਫੁੱਲਿਤ ਹੋ ਗਿਆ ਹੈ। ਤਨ ਕਰਕੇ ਮਹਾਰਾਜ ਜੋ ਪਾਪ ਕਰਮ ਕਰਦੇ ਸਾਂ ਤੇ ਫਿਰ ਮਨ ਦੇ ਵਿੱਚ ਡਰ ਵੀ ਹੁੰਦਾ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਨ ਵੀ ਸਾਡਾ ਮਨ ਵੀ ਪ੍ਰਫੁੱਲਿਤ ਹੋ ਗਿਆ ਤੁਹਾਡੇ ਸ਼ਬਦ ਦੁਆਰਾ। ਸਤ ਸੰਗਤ ਜੀ, ਇੱਕ ਸ਼ਬਦ ਐਸੀ ਇਹ ਦਾਤ ਹੈ ਪਰਮਾਤਮਾ ਦੀ ਜੋ ਮਨ ਨੂੰ ਤਬਦੀਲ ਕਰਕੇ ਚੰਗੇ ਪਾਸੇ ਲਗਾ ਸਕਦੀ ਹੈ। ਸ਼ਬਦ ਤੋਂ ਭਾਵ ਉਪਦੇਸ਼, ਭਾਵੇਂ ਕਿਸੇ ਦੇ ਮੁਖ ਦੁਆਰਾ ਸਰਵਣ ਕਰ ਲੈਣਾ,
ਭਾਵੇਂ ਪ੍ਰੀਤ ਰੂਪ ਰਸਨਾ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਸ਼ਬਦ ਪੜ੍ਹ ਕਰਕੇ ਵਿਚਾਰ ਕਰ ਲੈਣੀ। ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾਂ ਕਦੇ ਮਨ ਨੂੰ ਤਬਦੀਲ ਕੀਤਾ ਹੀ ਨਹੀਂ ਜਾ ਸਕਦਾ। ਜਿਵੇਂ ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮਾ ਨਿਕਟ ਕਰ ਪੇਖ। ਹੇ ਜੀਵ, ਪੂਰੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਿਆ ਕਰ। ਮਹਾਰਾਜ ਜੀ ਦੀ ਸ਼ਬਦ ਦੁਆਰਾ ਹੀ ਪ੍ਰਮਾਤਮਾ ਨੂੰ ਆਪਣੇ ਨਜ਼ਦੀਕ ਨੇੜੇ ਤੋਂ ਨੇੜੇ ਤੂੰ ਜਾਣ ਸਕੇਗਾ। ਫਿਰ ਤੂੰ ਪਾਪ ਕਰਮਾਂ ਤੋਂ ਸੰਸਾਰ ਦੇ ਵਿੱਚੋਂ ਹਟ ਜਾਵੇਂਗਾ। ਔਗਣ ਗੁਨਾਹ ਕਰਨੇ ਤੋਂ ਫਿਰ ਤੂੰ ਰੁਕ ਜਾਵੇਂਗਾ ਜੇ ਪ੍ਰਮਾਤਮਾ ਨੂੰ ਆਪਣੇ ਨੇੜੇ ਜਾਣ ਲਵੇਂਗਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਆ, ਮੇਰਾ ਮਨ ਤਨ ਸ਼ਬਦ ਵਿਗਾਸਿਆ। ਸਤਿਗੁਰੂ ਜੀ ਕਹਿੰਦੇ ਮਨ ਵੀ ਤਨ ਵੀ ਪ੍ਰਫੁੱਲਿਤ ਹੋ ਜਾਣਾ ਕੀਤਾ ਹੈ। ਜਪ ਅਨੰਤ ਤਰੰਗਾ ਜੋ ਅਨੇਕਾਂ ਸੰਸਾਰ ਭਰ ਦੇ ਜੀਵਾਂ ਦੇ ਅੰਦਰ ਜੋਤ ਰੂਪ ਹੋ ਕਰਕੇ ਪਰਮੇਸ਼ਰ ਪ੍ਰਕਾਸ਼ ਕਰ ਰਿਹਾ ਹੈ। ਜਿਤਨੇ ਵੀ ਸੰਸਾਰ ਦੇ ਜੀਵ ਹਨ, ਇਹ ਜਾਣੋ ਕਿ ਸਭ ਤਰੰਗਾਂ ਦੀ ਤਰ੍ਹਾਂ ਹਨ। ਪਰਮਾਤਮਾ ਦਾ ਸਰੂਪ ਅਥਾਹ ਸਮੁੰਦਰ ਦੀ ਤਰ੍ਹਾਂ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਨਮੁਖ ਹੋ ਕਰਕੇ ਬੇਨਤੀ ਕੀਤੀ ਹੈ ਨਾ ਮਹਾਰਾਜ ਸਾਹਿਬ ਜੀ ਨੇ, ਹੇ ਪ੍ਰਮਾਤਮਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਪਰਮਾਤਮਾ ਤੋਂ ਅਥਾਹ ਸਮੁੰਦਰ ਦੀ ਤਰ੍ਹਾਂ ਪਰਮੇਸ਼ਰ ਆਪ ਜੀ ਦਾ ਸਵਰੂਪ ਹੈ। ਤੇ ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਤਰੰਗਾਂ ਦੀ ਤਰ੍ਹਾਂ ਨੇ। ਮਹਾਰਾਜ ਅਨੇਕਾਂ ਆਪ ਦੇ ਪੈਦਾ ਕੀਤੇ ਹੋਏ ਛੋਟੇ ਔਰ ਵੱਡੇ ਆਕਾਰਾਂ ਦੇ ਜੀਵ ਜੰਤੂ ਹੈ। ਵੱਡੇ ਸ਼ਕਤੀਆਂ ਵਾਲੇ ਲਹਿਰਾਂ ਦੀ ਤਰ੍ਹਾਂ ਨੇ। ਸੂਖਮ ਜੀਵ ਮਹਾਰਾਜ ਬੁਲਬੁਲਿਆਂ ਦੀ ਤਰ੍ਹਾਂ ਨੇ, ਉਹਨਾਂ ਤੋਂ ਸੂਖਸ਼ਮ ਵੀ ਝੱਗ ਦੀ ਤਰ੍ਹਾਂ ਨੇ। ਇਤਿਆਦਿ ਕਹਿ ਲਈਏ ਕਿ ਪ੍ਰਮਾਤਮਾ ਦਾ ਐਸਾ ਅਥਾਹ ਸਰੂਪ ਹੈ। ਜਿਵੇਂ ਝੱਗ ਹੋਵੇ, ਤਰੰਗਾਂ ਹੋਣ, ਲਹਿਰਾਂ ਹੋਣ, ਹੈ ਤਾਂ ਸਾਰਾ ਮੂਲ ਰੂਪ ਉਹਦਾ ਪਾਣੀ ਹੈ। ਇਸੇ ਪ੍ਰਕਾਰ ਕੀੜੀ ਤੋਂ ਲੈ ਕਰਕੇ ਹਾਥੀ ਤੱਕ, ਜ਼ਮੀਨ ਤੋਂ ਲੈ ਕਰਕੇ ਅਸਮਾਨ ਤੱਕ ਜਿੰਨੇ ਵੀ ਸੰਸਾਰ ਦੇ ਅੰਦਰ ਪੈਦਾ ਕੀਤੇ ਹੋਏ ਜੀਵ ਜੰਤੂ ਵੱਖੋ ਵੱਖਰੇ ਦੇਖਣ ਨੂੰ ਨਜ਼ਰ ਆਉਂਦੇ ਹੈ, ਪਰ ਮੂਲ ਰੂਪ ਉਹਨਾਂ ਦਾ ਪਰਮਾਤਮਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜੋ ਦਿਸੈ ਸੋ ਤੇਰਾ ਰੂਪ। हे परमात्मा, जो कुछ भी नज़र आ रहा है सब कुछ आप जी का ही स्वरूप है। मूल रूप सृष्टि का केवल परमात्मा ही है। और हजूर ने बख्शिश की है, हे अकाल पुरख परमात्मा जप अनंत तरंगा। महाराज तुहाडे शब्द द्वारा आप जी के बख्शे उपदेश द्वारा अनंत कला वाले अकाल पुरख वाहिगुरु परमेश्वर आप जी का ਅਸੀਂ जाप करना कीता ते जिन्हां ने अकाल पुरख वाहिगुरू जी के स्वरूप का जाप किया, शब्द द्वारा तिन्हां दा मन भी तन भी प्रफुल्लित हो जाना किया। हिरदा भी और तन भी तिन्हां दा खड़ाव दे विच आ गया है। ताई महाराज साहब जी ने उचारण किया, नानक भगतां सदा विगास। वाहिगुरू दे प्यारिਆਂ ਦੇ ਹਿਰਦੇ ਅੰਦਰ सदा ही आनंद का खेड़ा बनिया रहिंदा है। सदा ही एक रस परमेश्वर के चरणों का प्यार बनिया रहिंदा है। और हजूर कहते जिन्हों ने ऐसे अकाल पुरख वाहिगुरू जी के स्वरूप का जाप किया है, हे गुरसिखो तन करके मन करके प्रफुल्लित हो गए हैं। ਮਿਲ ਸੰਤ ਜਨਾ ਹਰ ਪਾਇਆ। किन्हां ने हरि परमात्मा नूं पाया, जिन्हां ने सतपुरुषां की संगत विच मिलना कीता है। सत संगत जी, मनुख जिंदगी में जो भी कुछ बनना चाहता है ना, जिद्दां दा कोई जिंदगी में गुण सीखना चाहता है, हर एक दी आपो अपनी तमन्ना होंदी है। हर एक मनुख दी आपो अपने सुभाव अनुसार जिद्दां दी किसी दी इच्छा होंदी है ना, उसी तरह ही कोई ना कोई गुण सीखण दे वास्ते जिंदगी में निश्चय करके ठान लैंदा है कि मैं ये जिंदगी में गुण सीखांगा तो मेरे वास्ते बेहतर रहेगा। जिद्दां दा सुभाव हुंदा है, जिहो जी इच्छा होंदी उसी तरह करदा है। ते महाराज हजूर कहते फिर जेड़ा वो मनुख है ना, उदां दे गुणवान मनुखां दे कोल जांदा जिद्दां दा गुण सीखना हुंदा है। इसी तरह साध संगत जिन्हां ने परमेश्वर की प्राप्ति करनी है, वो परमेश्वर के प्यारिਆਂ ਦੇ कोल जाते हैं। तिन्हां दी संगत भी जा करके जुड़ते हैं। जिन्हां ने परमात्मा नूं पाया है, तिन्हां सतपुरुषे ब्रह्म बेते नाम जपण वालियां दी संगत भी जा करके गुरमुखां दी संगत भी जाके जुड़ते हैं, जिन्हां ने परमेश्वर की प्राप्ति का मन के अंदर धारण किया कि असीं वाहिगुरू तो विछड़े हुए हाँ,
ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਨਾਲ ਸਾਡਾ ਮਿਲਾਪ ਹੋ ਜਾਵੇ। ਉਹ ਸਾਧ ਸੰਗਤ ਜੀ ਮਿਲਾਪੜੇ ਵਾਲਿਆਂ ਦੇ ਨਾਲ ਹੀ ਜਾ ਕਰਕੇ ਮਿਲਦੇ ਆ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਮਿਲ ਸੰਤ ਜਨਾ ਹਰ ਪਾਇਆ। ਕਿਹਨਾਂ ਨੇ ਪਰਮੇਸ਼ਰ ਨੂੰ ਪਾਇਆ? ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਮਿਲਣਾ ਕੀਤਾ ਹੈ। ਨਾਨਕ ਸਤ ਸੰਗਾ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਐਸੀ ਸਤ ਸੰਗਤ ਦੀ ਮਹਾਨਤਾ ਹੈ। ਮਨੁੱਖ ਜਿਹੋ ਜਿਹਾ ਸੰਗਤ ਕਰਦਾ ਉੱਦਾਂ ਦਾ ਮਨ ਨੂੰ ਰੰਗ ਚੜ੍ਹਦਾ ਹੈ। ਜੈਸੀ ਸੰਗਤ ਤੈਸੀ ਰੰਗਤ। ਉਹ ਸੰਗਤ ਭਾਵੇਂ ਚੰਗੀ ਹੈ ਤੇ ਭਾਵੇਂ ਮਾੜੀ ਹੈ। ਸਤ ਸੰਗਤ ਜੀ ਖੋਟੀ ਸੰਗਤ ਦਾ ਰੰਗ ਸਗੋਂ ਛੇਤੀ ਮਨ ਤੇ ਚੜ੍ਹਦਾ ਹੈ। ਇਸ ਪ੍ਰਕਾਰ ਚੰਗੀ ਸੰਗਤ ਕਰਦਾ ਹੈ, ਬੜੀਆਂ ਰੁਕਾਵਟਾਂ ਵੀ ਪੈਂਦੀਆਂ। ਮਨ ਬਾਰ-ਬਾਰ ਅਵੇਸਲਾ ਹੁੰਦਾ, ਭੱਜਣ ਦਾ ਯਤਨ ਕਰਦਾ ਕਿ ਨਾ ਹੀ ਮੈਨੂੰ ਚੰਗੀ ਸੰਗਤ ਕਰਨੀ ਪਵੇ, ਨਾ ਹੀ ਸਤ ਸੰਗਤ ਦੇ ਵਿੱਚ ਬੈਠਣਾ ਪਵੇ। ਬੜੀਆਂ ਰੁਕਾਵਟਾਂ, ਬਹੁਤ ਔਕੜਾਂ ਵੀ ਆਉਂਦੀਆਂ ਨੇ। ਪਰ ਪ੍ਰਮਾਤਮਾ ਕਿਰਪਾ ਕਰੇ, ਤਰਸ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਵੇ। ਜੀਵ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਐਸੀ ਮਹਾਨ ਤੇ ਪਰਮ ਸਤ ਸੰਗਤ ਦੀ ਵਡਿਆਈ ਹੈ। ਜੇ ਮਨੁੱਖ ਸਤ ਸੰਗਤ ਕਰਦਾ ਹੈ ਨਾ, ਸਤ ਸੰਗਤ ਜੀ ਹਜੂਰ ਦਾ ਬਚਨ ਬਹੁਤੀ ਜ਼ਿੰਦਗੀ ਵਿੱਚ ਘਾਲਣਾ ਵੀ ਨਹੀਂ ਘਾਲਣੀ ਪੈਂਦੀ। ਇਕੱਲੇ ਨੂੰ ਪਤਾ ਨਹੀਂ ਕਿੰਨਾ ਸਮਾਂ ਲੱਗਦਾ, ਪਰ ਜੇ ਸਤ ਸੰਗਤ ਵਿੱਚ ਮਿਲਦਾ ਸਾਧ ਕੈ ਸੰਗ ਨਹੀਂ ਕਛ ਘਾਲ, ਬਹੁਤੀ ਘਾਲਣਾ ਵੀ ਨਹੀਂ ਘਾਲਣੀ ਪੈਂਦੀ। ਛੇਤੀ ਮਨੁੱਖ ਦੇ ਮਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ। ਤੇ ਸਤ ਸੰਗਤ ਨੂੰ ਕਾਮ ਤੀਨ ਗਊ ਦੀ ਤਰ੍ਹਾਂ ਵੀ ਸਾਧ ਸੰਗਤ ਜੀ ਕਥਨ ਕੀਤਾ। ਉਵੇਂ ਤਾਂ ਕਾਮ ਤੀਨ ਗਊ ਵੀ ਜਿਹੜੀ ਹੈ ਬਰਾਬਰਤਾ ਨਹੀਂ ਕਰ ਸਕਦੀ। ਐਸੀ ਮਹਾਨ ਤੇ ਪਰਮ ਸਤ ਸੰਗਤ ਦੀ ਵਡਿਆਈ ਹੈ। ਜੋ ਵੀ ਕੋਈ ਮਨ ਦੇ ਅੰਦਰ ਲੋੜਦਾ ਹੈ, ਮਨ ਵਿੱਚ ਇੱਛਾ ਧਾਰਨ ਕਰਦਾ ਹੈ, ਉਹ ਸਤ ਸੰਗਤ ਦੇ ਵਿੱਚੋਂ ਪਾ ਲੈਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਇਹ ਗੁਰਸਿੱਖੋ, ਜਿਨ੍ਹਾਂ ਨੇ ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਾਪ ਕੀਤਾ, ਸਤਿਪੁਰਸ਼ਾਂ ਦੀ ਸੰਗਤ ਦੇ ਨਾਲ ਮਿਲੇ ਹਨ, ਤਿਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਹੈ। ਦੀਨ ਦਇਆਲ ਸੁਣ ਬੇਨਤੀ। ਹੇ ਦੀਨਾ ਬੰਧੂ, ਦਇਆ ਦੇ ਘਰ ਅਕਾਲ ਪੁਰਖ ਪ੍ਰਮਾਤਮਾ ਸਾਡੀ ਬੇਨਤੀ ਸੁਣ ਨਾ ਕਰ। ਹੇ ਅਕਾਲ ਪੁਰਖ ਪ੍ਰਮਾਤਮਾ, ਆਪ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਪ੍ਰਮਾਤਮਾ ਪਤਿਤ ਜੀਵਾਂ ਨੂੰ ਪਾਵਨ ਕਰਨ ਵਾਲੇ ਹੋ। ਦਇਆ ਦੇ ਘਰ ਪਰਮੇਸ਼ਰ ਸਾਡੀ ਬੇਨਤੀ ਸੁਣ ਨਾ ਕਰੋ। ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹੇ ਹਰੀ ਅਕਾਲ ਪੁਰਖ ਪ੍ਰਮਾਤਮਾ, ਹਰ ਇੱਕ ਥਾਂ ਤੇ ਵਿਆਪਕ ਹੋਣ ਵਾਲੇ ਪਰਮੇਸ਼ਰ ਜੀ। ਹੇ ਮਹਾਰਾਜ, ਹੇ ਰਾਜਾ ਸਰੂਪ ਪ੍ਰਮਾਤਮਾ, ਰਮੇ ਹੋ ਰਮੰਤੀ ਪਿਆਰੇ ਪ੍ਰਮਾਤਮਾ। ਹੇ ਅਕਾਲ ਪੁਰਖ ਵਾਹਿਗੁਰੂ, ਦਇਆ ਦੇ ਘਰ ਪਰਮੇਸ਼ਰ ਸਾਡੀ ਬੇਨਤੀ ਨੂੰ ਸੁਣ ਨਾ ਕਰੋ। ਮਹਾਰਾਜ, ਤੁਹਾਡੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਮਹਾਰਾਜ ਆਪਣੀ ਸ਼ਰਨ ਨੂੰ ਪੱਲਾ ਸਾਨੂੰ ਫੜਾ ਦੇਵੋ। ਤੁਹਾਡੀ ਸ਼ਰਨ ਦੇ ਵਿੱਚ ਮਹਾਰਾਜ ਮਨ ਬਾਣੀ ਸਰੀਰ ਕਰ ਅਸੀਂ ਜੁੜ ਕਰਕੇ ਰਹੀਏ, ਕਿਉਂਕਿ ਤੁਹਾਡੀ ਸ਼ਰਨ ਤੋਂ ਬਿਨਾਂ ਮਹਾਰਾਜ ਕਿਤੇ ਵੀ ਜਾ ਕਰਕੇ ਆਤਮਿਕ ਸੁੱਖ ਮਿਲਣ ਵਾਲਾ ਨਹੀਂ ਹੈ। ਦੁਨਿਆਵੀ ਸੁੱਖ ਤਾਂ ਭਾਵੇਂ ਬਹੁਤ ਸੰਸਾਰ ਦੇ ਅਦਾਰਿਆਂ ਤੋਂ ਮਿਲ ਜਾਂਦੇ ਹੈ, ਪਰ ਤੁਹਾਡੇ ਚਰਨਾਂ ਦਾ ਜੋ ਮਹਾਰਾਜ ਹਿਰਦੇ ਦਾ ਸੁੱਖ ਹੈ ਉਹ ਹੋਰ ਕਿਸੇ ਵੀ ਥਾਂ ਤੇ ਜਾ ਕੇ ਮਿਲਣ ਵਾਲਾ ਨਹੀਂ ਹੈ। ਇਸ ਲਈ ਮਹਾਰਾਜ, ਹਉ ਮੰਗੋ ਸ਼ਰਨ ਹਰ ਨਾਮ ਕੀ। ਤੁਹਾਡੀ ਸ਼ਰਨ ਵਿੱਚ ਆ ਕਰਕੇ ਮਹਾਰਾਜ ਨਾਮ ਦੀ ਦਾਤ ਅਸੀਂ ਮੰਗ ਰਹੇ ਹਾਂ, ਅਥਵਾ ਤੁਹਾਡੇ ਚਰਨਾਂ ਵਿੱਚ ਆ ਕਰਕੇ ਨਾਮ ਦੀ ਸ਼ਰਨ ਅਸੀਂ ਮੰਗ ਰਹੇ ਕਿ ਮਹਾਰਾਜ ਤੁਹਾਡੇ ਨਾਮ ਦਾ ਸਾਨੂੰ ਆਸਰਾ ਮਿਲ ਜਾਵੇ। ਕਿਉਂਕਿ ਕੋਈ ਕਿਸੇ ਦਾ ਆਸਰਾ ਤੱਕਦਾ ਹੈ, ਕੋਈ ਕਿਸੇ ਦਾ ਤੱਕਦਾ ਹੈ। ਕੋਈ ਧਨ ਨੂੰ ਆਪਣਾ ਜ਼ਿੰਦਗੀ ਭਰ ਆਸਰਾ ਸਮਝੀ ਬੈਠਾ ਹੈ, ਕੋਈ ਪਦਾਰਥਾਂ ਨੂੰ, ਕੋਈ ਸਕੇ ਸੰਬੰਧੀਆਂ ਨੂੰ ਆਪਣਾ ਆਸਰਾ ਬਣਾਈ ਬੈਠਾ ਹੈ। ਪਰ ਜੋ ਤੁਹਾਡੇ ਨਾਮ ਦਾ ਆਸਰਾ ਹੈ, ਇਹਦੀ ਸਮਸਤ ਨਾ ਤਾਂ ਧਨ ਦਾ ਆਸਰਾ ਪੁੱਜ ਸਕਦਾ ਹੈ, ਨਾ ਪਦਾਰਥਾਂ ਦਾ ਆਸਰਾ ਪੁੱਜ ਸਕਦਾ ਹੈ, ਨਾ ਸਕੇ ਸੰਬੰਧੀ ਮਿੱਤਰਾਂ ਦਾ ਮਹਾਰਾਜ ਆਸਰਾ ਪੁੱਜਣ ਵਾਲਾ ਹੈ। ਇਹ ਜਿਤਨੇ ਵੀ ਦੁਨੀਆ ਦੇ ਆਸਰੇ ਹਨ, ਸਭ ਝੂਠੇ ਹੈ, ਤੁਛ ਮਾਤਰ ਸਮੇਂ ਦੇ ਲਈ ਹਨ। ਔਰ ਹਜੂਰ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਕਿ ਜਿਤਨੇ ਵੀ ਇਹ ਜੀਵ ਤੇਰੇ ਸੰਸਾਰ ਦੇ ਸਕੇ ਸੰਬੰਧੀ ਰਿਸ਼ਤੇਦਾਰ ਮਿੱਤਰ ਹੈ ਨਾ, ਇਹ ਉਹਨਾਂ ਸਮਾਂ ਤੇਰੇ ਕੋਲ ਬੈਠਣ ਵਾਲੇ ਜਿੰਨਾ ਸਮਾਂ ਤੇਰੇ ਤੋਂ ਕੋਈ ਮਤਲਬ ਹੈ, ਕੋਈ ਸਵਾਰਥ ਹੈ।
ਜੋ ਸੰਸਾਰੈ ਕੇ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਉਨਕਾ ਸੁਭਾਵ ਹੋਏ ਨ ਆਵੈ, ਤਿਤ ਦਿਨ ਨੇੜੇ ਕੋ ਨਾ ਟੋਕਾਸਾ। ਜਦੋਂ ਦੇਖਿਆ ਕਿ ਕੋਈ ਸਵਾਰਥ ਨਹੀਂ, ਕੋਈ ਮਤਲਬ ਪੂਰਾ ਹੋਣ ਵਾਲਾ ਨਹੀਂ, ਫਿਰ ਕੋਈ ਨੇੜੇ ਨਹੀਂ ਆ ਕਰਕੇ ਬੈਠਦਾ। ਮਹਾਰਾਜ ਸੱਚੇ ਪਾਤਸ਼ਾਹ ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਕੇ ਰਹਿ। ਬਿਬਤ ਪਰੀ ਸਭ ਹੀ ਸੰਗ ਛਾੜਿਤ, ਕੋ ਨ ਆਵਤ ਨੇਰੈ। ਮਹਾਰਾਜ ਕਹਿੰਦੇ ਸੁਖ ਵੇਲੇ ਤਾਂ ਹਰ ਕੋਈ ਆ ਕਰਕੇ ਪਾਸ ਢੋਕ ਕਰਕੇ ਬੈਠ ਜਾਂਦਾ, ਪਰ ਔਕੜ ਦੇ ਸਮੇਂ ਕੋਈ ਨੇੜੇ ਨਹੀਂ ਬੈਠਦਾ, ਫਿਰ ਹਰ ਕੋਈ ਮੂੰਹ ਫੇਰ ਕਰਕੇ ਲਾਂਭੇ ਹੋ ਜਾਂਦਾ। ਇਹ ਸੰਸਾਰ ਦੇ ਆਸਰਿਆਂ ਦੀ ਅਜਿਹੀ ਹਾਲਤ ਹੈ। ਜਗਤ ਦੇ ਇੰਨਾ ਕੁ ਸਮਾਂ ਆਸਰੇ ਰਹਿਣ ਵਾਲੇ ਹੈ। ਤੇ ਮਹਾਰਾਜ ਇਸ ਲਈ ਹੀ ਅਕਾਲ ਪੁਰਖ ਵਾਹਿਗੁਰੂ ਜੀ ਹਉ ਮੰਗੋ ਸ਼ਰਨ ਹਰ ਨਾਮ ਕੀ। ਤੁਹਾਡੇ ਨਾਮ ਦੀ ਮਹਾਰਾਜ ਸ਼ਰਨ ਧਾਰਨ ਕਰਕੇ ਅਸੀਂ ਆਸਰਾ ਮੰਗਦੇ ਹਾਂ, ਕਿਉਂਕਿ ਆਪ ਜੀ ਦਾ ਨਾਮ ਕਦੇ ਵੀ ਸਾਡਾ ਸਾਥ ਛੱਡਣ ਵਾਲਾ ਨਹੀਂ ਹੈ। ਜੇ ਮਾਤਾ ਦੇ ਗਰਭ ਦੇ ਵਿੱਚ ਜਦੋਂ ਸਾਡਾ ਜਨਮ ਵੀ ਨਹੀਂ ਸੀ ਹੋਇਆ, ਮਹਾਰਾਜ ਉਸ ਸਮੇਂ ਵੀ ਤੁਹਾਡੇ ਨਾਮ ਨੇ ਸਾਡੀ ਰੱਖਿਆ ਕੀਤੀ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਤੇ ਸੰਸਾਰ ਜਿਹੜਾ ਸਮੁੰਦਰ ਹੈ ਨਾ, ਅਗਨੀ ਦਾ ਸਮੁੰਦਰ ਹੈ ਮਹਾਰਾਜ। ਪ੍ਰਚੰਡ ਵਿਕਾਰਾਂ ਦੀ, ਔਗਣਾਂ ਦੀ, ਪਾਪ ਕਰਮਾਂ ਦੀ, ਸੰਸਾਰ ਦੇ ਸੁੱਖਾਂ ਦੀ ਪ੍ਰਚੰਡ ਅਗਨੀ ਬਲ ਰਹੀ ਹੈ। ਜੇ ਮਾਤਾ ਦੇ ਗਰਭ ਦੇ ਵਿੱਚ ਮਹਾਰਾਜ ਆਪ ਜੀ ਰੱਖਿਆ ਕਰ ਸਕਦੇ ਹੋ, ਇਸ ਕਰਕੇ ਮਹਾਰਾਜ ਤੇ ਸੰਸਾਰ ਸਮੁੰਦਰ ਦਾ ਜਿਹੜਾ ਬੇੜਾ ਪ੍ਰਚੰਡ ਅਗਨੀ ਦੇ ਨਾਲ ਲਟ ਲਟ ਕਰਦਾ ਹੋਇਆ ਭਰਿਆ ਸੰਸਾਰ, ਇਹਦੇ ਵਿੱਚ ਵੀ ਆਪ ਹੀ ਰੱਖਿਆ ਕਰਨ ਵਾਲੇ ਹੋ। ਰੱਖੋ ਰੱਖਣ ਹਾਰੇ, ਕਿਰਪਾ ਕਰਕੇ ਮਹਾਰਾਜ ਸਾਡੀ ਰੱਖਿਆ ਕਰ ਲਓ। ਹਉ ਮੰਗੋ ਸ਼ਰਨ ਹਰ ਨਾਮ ਕੀ। ਮਹਾਰਾਜ ਆਪ ਜੀ ਦੇ ਨਾਮ ਦੀ ਅਸੀਂ ਸ਼ਰਨ ਮੰਗ ਰਹੇ ਹਾਂ। ਤੁਹਾਡੇ ਨਾਮ ਦੀ ਸ਼ਰਨ ਧਾਰਨ ਕਰਕੇ ਮਹਾਰਾਜ ਅਸੀਂ ਮਨ ਬਾਣੀ ਸਰੀਰ ਕਰਕੇ ਆਸਰਾ ਮੰਗਦੇ ਹਾਂ। ਹਰ ਹਰ ਮੁਖ ਪਾਇਆ। ਹਰੀ ਅਕਾਲ ਪੁਰਖ ਪਰਮੇਸ਼ਰ ਆਪ ਜੀ ਦੇ ਨਾਮ ਨੂੰ ਅਸਾਂ ਨੇ ਮੁਖ ਦੇ ਵਿੱਚ ਗਰਾਹੀ ਬਣਾ ਕਰਕੇ ਪਾਵਨਾ ਕੀਤਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੁਹਾਡੇ ਨਾਮ ਦੀ ਗਰਾਹੀ ਬਣਾ ਕਰਕੇ ਅਸਾਂ ਨੇ ਮੁਖ ਦੇ ਵਿੱਚ ਪਾਈ ਹੈ। ਆਪ ਮੁਖ ਤੋਂ ਵੀ ਵਾਹਿਗੁਰੂ 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 ਸਤਨਾਮ ਵਾਹਿਗੁਰੂ ਗੁਰਮੁਖ ਪਿਆਰੇ ਉਚਾਰਨ ਕਰਦੇ ਆ। ਹਿਰਦੇ ਕਰਕੇ ਵੀ ਪਰਮੇਸ਼ਰ ਦਾ ਹੀ ਸਿਮਰਨ ਕਰਦੇ ਹਨ। ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ। ਐਸਾ ਮਹਾਰਾਜ ਸਾਡੇ ਅੰਤਸ਼ਕਰਨ ਮੁਖ ਦੇ ਵਿੱਚ ਆਪ ਜੀ ਦਾ ਨਾਮ ਦਾ ਜਿਹੜਾ ਹੈ ਇਹ ਗਰਾਹੀ ਬਣਾ ਕਰਕੇ ਅਸਾਂ ਨੇ ਪਾਵਨਾ ਕੀਤੀ ਹੈ। ਹਰ ਹਰ ਮੁਖ ਪਾਇਆ, ਜਿਨ੍ਹਾਂ ਨੇ ਆਪਣੇ ਮੁਖ ਦੇ ਵਿੱਚ ਕੇਵਲ ਹਰੀ ਪਰਮੇਸ਼ਰ ਦਾ ਨਾਮ ਪਾਇਆ, ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਧਾਰਨ ਕੀਤਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਹੁੰਦਾ। ਹਰ ਸਮੇਂ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਬਣਾ ਕਰਕੇ ਰੱਖਦੇ ਹੈ। ਔਰ 36 ਪ੍ਰਕਾਰ ਦਾ ਭੋਜਨ ਵੀ ਤਿੰਨਾਂ ਗੁਰਮੁਖਾਂ ਦੇ ਲਈ ਵਾਹਿਗੁਰੂ ਜੀ ਦਾ ਨਾਮ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮ ਕੋ ਤ੍ਰਿਪਤ ਭਈ। ਉਹ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਦਾ ਹੀ ਆਪਣਾ ਆਹਾਰ ਬਣਾ ਲੈਂਦੇ ਹਨ। ਭਗਤ ਵਸ਼ਲ ਹਰ ਬਿਰਦ ਹੈ। ਹੇ ਪ੍ਰਮਾਤਮਾ, ਤੁਹਾਡਾ ਜੋ ਬਿਰਦ ਧਰਮ ਹੈ ਨਾ, ਭਗਤਾਂ ਦਾ ਪਿਆਰ, ਭਗਤ ਵਚਲ ਹਰ ਬਿਰਦ ਹੈ। ਪਰਮਾਤਮਾ ਆਪਣੇ ਪਿਆਰਿਆਂ ਦਾ ਹਿਰਦੇ ਦਾ ਪ੍ਰੇਮ ਦੇਖ ਕਰਕੇ ਪਰਮਾਤਮਾ ਕਿਰਪਾ ਕਰਕੇ ਤਿਨਾਂ ਦੀ ਰੱਖਿਆ ਕਰਦਾ ਹੈ। ਸਾਧ ਸੰਗਤ ਜੀ, ਹੁਣ ਕਲਯੁਗ ਦੇ ਸਮੇਂ ਦੀ ਗੱਲ ਨਹੀਂ, ਭਾਵੇਂ ਤ੍ਰੇਤਾ ਸੀ, ਭਾਵੇਂ ਦੁਆਪਰ ਤੇ ਭਾਵੇਂ ਸਤਯੁਗ ਦਾ ਸਮਾਂ ਸੀ, ਜਦੋਂ ਵੀ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕੀਤਾ ਹੈ, ਪਰਮੇਸ਼ਰ ਨੇ ਆਪਣੇ ਪਿਆਰਿਆਂ ਦੀ ਲੱਜਿਆ ਰੱਖੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਿਹੜੇ ਹੰਕਾਰੀ ਤੇ ਸਿਰੇ ਦੇ ਹੰਕਾਰੀ ਤੇ ਨਿੰਦਕ ਜੀਵ, ਤਿਨਾਂ ਦੇ ਵੱਲ ਪਰਮਾਤਮਾ ਦੀ ਪਿੱਠ ਹੈ। ਜਿਨ੍ਹਾਂ ਨੇ ਕੇਵਲ ਨਾਮ ਦਾ ਆਸਰਾ ਤੱਕਿਆ, ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕੀਤਾ,
तिन्हां गुरमुखां दे वल अकाल पुरख वाहिगुरू जी दा मुख है, तिन्हां दी परमात्मा ने किरपा करके रखिया कीती है। भगत प्रहलाद जी ने याद किया ते परमेश्वर ने नरसिंह दा रूप धारण करके हरणाक्षस दा संहार करके भगत दी लज्जिया रखी है। और भगत वचलहार बिरद है। ये सत संगत जी भगतां दे हिरदे दा प्यार अकाल पुरख परमात्मा दा ये बिरद है कि जीवां दी लज्जिया रखनी। भावें भगत धरूज जी हैं, सत संगत जी 5 कुछ साल की आरबला है, किन्नी छोटी आरबला दे विच परमात्मा की भगती की है, घने जंगल दे विच जा करके। ते वाहिगुरू ने आप फिर प्रसन्न हो करके त्रुट करके महान बख्शिशां दित्तियां। जे राज भाग की मन में इच्छा सी वो भी राज भाग भी दे दिता। ते सत संगत जी बाद विच अटल पदवी नूं परमात्मा ने अकाल पुरख वाहिगुरू ने बख्शिश कर दित्ती। अटल भयो ध्रुव जाकै सिमरन, आर निरभै पद पाया। निरभैता पदवी नूं प्राप्त किया है। तो हजूर ने उच्चारण किया, ऐसा अकाल पुरख वाहिगुरू दा जो धर्म है, बिरद है, कोई भी प्राणा तारे जीव प्यार दे विच भिज के परमात्मा नूं याद करदा है। महाराज सच्चे पातशाह कहंदे वाहिगुरू आप किरपा करके जीव की रखिया करदा है। अपने सेवक की आपे राखै, आपे नाम जपावै। जह जह काज किरत सेवक की तहाँ तहाँ उठ तावै। वाहिगुरू आप कृपा करके रखिया करन वाला है। हर लाज रखाया। ते परमेश्वर ने अपने भगतां दे आप ही कृपा करके लज्जिया रखी है। युगां युगां दे विच वाहिगुरू अपने प्यारिਆਂ ਦੀ लज्जिया रखदा आ रहा है। परमात्मा अपने भगत जनां दी इज्जत रखदा आ रहा है। समय ਦੇ ਸਾਧ ਸੰਗਤ ਜੀ ਜਿਹੜੇ ਕੋਈ ਬ੍ਰਾਹਮਣ ਪਾਂਡੇ ਈਰ ਖਾਲੂ ਸਨ, ਤਿਨਾਂ ਨੇ ਭਗਤ ਕਬੀਰ ਸਾਹਿਬ ਜੀ ਦੀ ਹੇਠੀ ਕਰਨੇ ਦਾ ਯਤਨ ਕੀਤਾ ਸੀ। ਐਵੇਂ ਆਪਣੇ ਆਪ ਹੀ ਸਾਧ ਸੰਗਤ ਕਿੰਨੇ ਕਿੰਨੇ ਪਾਂਡੇ ਬ੍ਰਾਹਮਣ ਲੋਕ ਇਕੱਠੇ ਹੋ ਕੇ ਆ ਗਏ ਸੀ ਕਿ ਭਗਤ ਕਬੀਰ ਜੀ ਨੇ ਜੱਗ ਕੀਤਾ, ਜੱਗ ਤੇ ਸੱਦਿਆ। ਘਰ ਵਿੱਚ ਅਥਾਹ ਬਹੁਤੀ ਗਰੀਬੀ ਸੀਗੀ ਤੇ ਮਨ ਦੇ ਅੰਦਰ ਵਿਚਾਰ ਕੀਤੀ। भगत कबीर साहब जी दे धर्म सुपत्नी सत्कारयोग माता दोई जी कहन लगे, भगत जी हुण की करना है? इन्हों आपने न्योंदा दिता सी, कहंदे दिता तो नहीं सी, चलो कोई नहीं, परमात्मा भली करेगा। सत संगत जी परमेश्वर ने आप राजे का रूप धारण करके भगत कबीर साहब जी का जग संपूर्ण किया सीगा। भगत नामदेव जी की छपरी बन करके अपने भगत की लज्जिया रखी है। इस प्रकार भगत सैन जी की लज्जिया रखना कीती है। महाराज सच्चे पातशाह कहते हर लाज रखाया। वाहिगुरू आप कृपा करके लज्जिया रखण वाला है। कोई भी प्राणधारी जीव किसी भी संसार के कोने ते याद करता है, परमात्मा हिरदे का प्यार देख करके उन्हों की लज्जिया रखता है। नावे स्वरूप अंदर धन गुरु तेग बहादुर साहिब महाराज सच्चे पातशाह जी हजूर नूं साध संगत जी भाई मक्खण शाह लुबाणी ने याद किया ना, समुंदर दे विच अजे दर्शन भी नहीं सन सतगुरु जी दे कीते, पता भी नहीं सी कि नावे स्वरूप के अंदर किहड़े सतगुरु जी हैं जो धन गुरु नानक देव साहिब महाराज की गुरता गद्दी ते विराजमान हैं। पर हिरदे अंदर प्यार दे नाल भिज करके बेड़े विच ही महाराज के सन्मुख हो करके अरदास की सी, गल विच पल्ला पा के, हे महाराज आप कृपा करो, हे गरीब नवाज मेरे बेड़े नूं पार लगा देना करो। तो बाबा बकाला साहिब की धरती दे जिते महाराज सच्चे पातशाह जी ने महान लंबेरा समा भगती की है। हजूर ने साध संगत जी हिरदे का प्यार देख करके भाई मक्खण शाह जी की अरदास सुन करके अपना मोढा लगा के बेड़ा पार ला दिता है। महाराज कहते हर लाज रखाया। परमेश्वर अपने भगतां की लज्जिया रखता है। भाई तिलोका दी गजनी देश दे विच रहण वाले बादशाह की ड्यूटी करते सन ते गरीब नवाज धन गुरु अर्जन देव साहिब महाराज की शरण धारण की, हजूर तो सिक्खी प्राप्त की सी ते महाराज जी ने उपदेश दिता सी कि जीवां दा भला करना, निर्दया नहीं धारण करनी, जीवां नूं कोह करके मारना नहीं है, वंड के छकना, नाम जपना ते जीवां ते दया करनी। ये सिੱਖੀ की दात बख्शिश करदे होए महाराज ने उपदेश दिता सी। ते साध संगत जी जिवें जंगल दे विच शिकार खेडण दे वास्ते गए तो उत्थे हिरनी का शिकार कर दिता।
ਮਨ ਦੇ ਵਿੱਚ ਬੜਾ ਮਨ ਨੇ ਆਪਣੇ ਅੰਦਰ ਹੀ ਅੰਦਰਾਂ ਸਾਧ ਸੰਗਤ ਜੀ ਫਿਟਕਾਰਾਂ ਪਾਈਆਂ ਕਿ ਮਨਾ ਤੂੰ ਸਤਿਗੁਰੂ ਜੀ ਦਾ ਉਪਦੇਸ਼ ਵਿਸਾਰ ਦਿੱਤਾ ਹੈ। ਮਹਾਰਾਜ ਜੀ ਨੇ ਤਾਂ ਉਪਦੇਸ਼ ਦਿੱਤਾ ਸੀ ਜੀਵਾਂ ਤੇ ਦਇਆ ਕਰਨੀ ਹੈ, ਤੂੰ ਇੱਕ ਦੀ ਥਾਂ ਤੇ ਉਹ ਸਾਧ ਸੰਗਤ ਜੀ 2 ਬੱਚੇ ਵੀ ਨਾਲ ਸਨ, ਉਹਦੇ ਮਰ ਗਏ, ਅੱਖਾਂ ਦੇ ਸਾਹਮਣੇ ਤੜਪ ਤੜਪ ਕਰਕੇ ਮਰ ਗਏ ਤੇ ਹਿਰਦਾ ਬਲੁੰਦ ਰਿਹਾ ਗਿਆ। ਉਸ ਦਿਨ ਤੋਂ ਮਨ ਵਿੱਚ ਧਾਰਨ ਕਰ ਲਿਆ ਸੀ ਕਿ ਮੈਂ ਹੁਣ ਜਿਹੜੀ ਕਿਰਪਾਨ ਹੈ ਨਾ, ਜਿਹੜੀ ਤਲਵਾਰ ਪਾਈ ਹੋਈ ਹੈ ਪਹਿਰੇ ਦੇ ਉੱਪਰ ਬੈਠਦਾ, ਇਹ ਲੱਕੜ ਦੀ ਧਾਰਨ ਕਰਕੇ ਰੱਖਾਂਗਾ। ਕਾਠ ਦੀ ਲੱਕੜ ਦੀ ਧਾਰਨ ਕਰਕੇ ਰੱਖ ਲਈ ਸੀਗੀ। ਕਿਸੇ ਚੁਗਲਖੋਰ ਨੇ ਬਾਦਸ਼ਾਹ ਦੇ ਕੋਲ ਜਾ ਕੇ ਚੁਗਲੀ ਕਰ ਦਿੱਤੀ ਤੇ ਜਦੋਂ ਸਾਰਿਆਂ ਦੀਆਂ ਤਲਵਾਰਾਂ ਦੇਖ ਰਿਹਾ ਸੀ ਨਾ, ਬਾਦਸ਼ਾਹ ਲੰਬੀ ਕਤਾਰ ਬਣਾ ਕਰਕੇ ਆਪਣੇ ਸਿਪਾਹੀਆਂ ਦੀਆਂ, ਤੇ ਉਸ ਸਮੇਂ ਜਦੋਂ ਭਾਈ ਤਲੋਕਾ ਜੀ ਦੀ ਵਾਰੀ ਆਉਣ ਵਾਲੀ ਸੀ, ਮਨ ਦੇ ਅੰਦਰ ਹੀ ਅੰਦਰ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। हे ਮਹਾਰਾਜ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ ਫਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਲ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਸੋ ਦਾਮਾ ਆਪਦਾ ਤੇ ਰਾਖਿਆ, ਗਨ ਕਾ ਪੜਤ ਪੂਰੇ ਤਿਹ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਰਜੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਇੱਕ ਚਿੱਤ ਹੋ ਕਰਕੇ ਅਰਦਾਸ ਕਰ ਰਹੇ ਨੇ, ਮਹਾਰਾਜ ਤੁਹਾਡਾ ਬਚਨ ਕਮਾਉਣ ਦੇ ਵਾਸਤੇ ਮੈਂ ਅਜਿਹਾ ਕੀਤਾ। ਤੇ ਐਸੀ ਕਲਾ ਵਰਤੀ ਸਤਿਗੁਰੂ ਜੀ ਦੀ। ਜਦੋਂ ਭਾਈ ਤਲੋਕਾ ਜੀ ਦੀ ਤਲਵਾਰ ਦੇਖੀ ਹੈ ਨਾ ਬਾਦਸ਼ਾਹ ਨੇ, ਸਾਧ ਸੰਗਤ ਜੀ ਐਨ ਤਿੱਖੀ ਧਾਰ ਵਾਲੀ ਤੇ ਲਿਸ਼ਕਦੀ ਹੋਈ ਕਿਰਪਾਨ ਸਾਹਮਣੇ ਆਈ ਸੀਗੀ। ਬਾਦਸ਼ਾਹ ਵੀ ਦੇਖ ਕਰਕੇ ਦੰਗ ਰਹਿ ਗਿਆ ਕਿ ਇੰਨੀ ਮਹਿੰਗੇ ਮੁੱਲ ਵਾਲੀ ਤੇ ਤਿੱਖੀ ਧਾਰ ਵਾਲੀ ਤਲਵਾਰ ਭਾਈ ਤਲੋਕਿਆ ਤੇਰੇ ਕੋਲ ਕਿੱਥੋਂ ਆਈ ਹੈ। ਬੜਾ ਹੈਰਾਨ ਰਹਿ ਗਿਆ ਸੀਗਾ। ਤੇ ਚੁਗਲਖੋਰ ਨੂੰ ਫਿਰ ਮਸ਼ਕਾਂ ਬੰਨ੍ਹ ਕਰਕੇ ਉਹਨੂੰ ਕੈਦ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪਣੇ ਸਿੱਖਾਂ ਦੀ ਲੱਜਿਆ ਰੱਖਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਭਗਤ ਬਚਲ ਹਰ ਬਿਰਦ ਹੈ, ਹਰ ਲਾਜ ਰਖਾਇਆ। ਜੇ ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹਦੇ ਆ ਨਾ, ਕਹਿੰਦੇ ਹਨ ਕਿ ਸਾਧ ਸੰਗਤ ਜੀ ਜੋ 7.5 ਘੜੀਆਂ ਦਾ ਸਮਾਂ ਦਿੱਤਾ ਗਿਆ ਸੀ, ਨਹੀਂ ਤੇ ਸਿਰ ਕਲਮ ਕਰ ਦੇਣਾ ਸੀ। ਤੇ ਪ੍ਰਮਾਤਮਾ ਨੇ ਆਪ ਸਾਧ ਸੰਗਤ ਜੀ ਜੋ ਆਪਣੇ ਭਗਤ ਦੀ ਲੱਜਿਆ ਰੱਖਣਾ ਕੀਤੀ ਹੈ। ਮਰੀ ਹੋ ਗਊ ਨੂੰ ਜਿਉਂਦਿਆਂ ਕਰਕੇ ਭਗਤ ਨਾਮਦੇਵ ਜੀ ਨੂੰ ਮਰਨ ਤੋਂ ਬਚਾਇਆ ਔਰ ਸੰਸਾਰ ਦੇ ਅੰਦਰ ਜਿਹੜਾ ਪ੍ਰਤਾਪ ਸੀ ਪ੍ਰਗਟ ਕਰਨਾ ਕੀਤਾ। ਮਹਾਰਾਜ ਕਹਿੰਦੇ ਪ੍ਰਮਾਤਮਾ ਆਪਣੇ ਪਿਆਰਿਆਂ ਦਾ ਹਿਰਦੇ ਦਾ ਪਿਆਰ ਦੇਖ ਕਰਕੇ ਰੱਖਿਆ ਕਰਨ ਵਾਲਾ ਹੈ, ਸਭ ਥਾਵਾਂ ਤੇ ਲੱਜਿਆ ਰੱਖਣ ਵਾਲਾ ਹੈ। ਜਨ ਨਾਨਕ ਸਰਨਾਗਤੀ। ਹਜੂਰ ਕਹਿੰਦੇ ਹਨ हे ਪ੍ਰਮਾਤਮਾ ਜੀ ਆਪ ਜੀ ਦੀ ਸ਼ਰਨ ਅਸੀਂ ਧਾਰਨ ਕੀਤੀ ਹੈ। ਸ਼ਰਨ ਆਗਤੀ, ਤੁਹਾਡੀ ਸ਼ਰਨ ਵਿੱਚ ਆਏ ਹਾਂ ਮਹਾਰਾਜ ਮੁਕਤੀ ਦੀ ਪ੍ਰਾਪਤੀ ਕਰਨ ਵਾਸਤੇ। ਹਰ ਨਾਮ ਧਰਾਇਆ। ਕਿਉਂਕਿ ਜੋ ਵੀ ਜੀਵ ਸੰਸਾਰ ਤੋਂ ਤਰਿਆ ਤੁਹਾਡੇ ਨਾਮ ਕਰਕੇ ਮਹਾਰਾਜ ਤਰਿਆ ਹੈ। ਹਰ ਨਾਮ ਤਰਾਇਆ। हे ਸਤਿਗੁਰੂ ਜੀ ਹਰੀ ਪਰਮੇਸ਼ਰ ਦੇ ਨਾਮ ਕਰਕੇ ਹੀ ਸੰਸਾਰ ਦੇ ਜੀਵਾਂ ਨੂੰ ਤੁਸਾਂ ਨੇ ਤਰਾਉਣਾ ਕੀਤਾ। ਜਿਨ੍ਹਾਂ ਨੂੰ ਤਰਨ ਦੀ ਇਜਾਜ਼ਤ ਨਹੀਂ ਸੀ, ਕਿਵੇਂ ਸੰਸਾਰ ਸਮੁੰਦਰ ਦੇ ਵਿੱਚੋਂ ਤਰੀਦਾ, ਕਿਵੇਂ ਮਹਾਰਾਜ ਭਵ ਸਾਗਰ ਤੋਂ ਤਰ ਕਰਕੇ ਪਾਰ ਹੋਈਦਾ। ਤੇ ਨਾ ਸੰਸਾਰ ਭਰ ਦੇ ਜੀਵਾਂ ਨੂੰ ਆਪਨੇ ਨਾਮ ਰੂਪ ਬੇੜਾ ਦੇ ਕਰਕੇ ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਮਹਾਰਾਜ ਤੁਸਾਂ ਨੇ ਪਾਰ ਕਰ ਦਿੱਤਾ ਹੈ, ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਤੇ ਜੇਕਰ ਸਾਧ ਸੰਗਤ ਜੀ ਮਨੁੱਖ 2 ਬੇੜੀਆਂ ਵਿੱਚ ਪੈਰ ਰੱਖ ਲਵੇ, ਉਹ ਵੀ ਕਦੇ ਪਾਰ ਨਹੀਂ ਜੇ ਹੋ ਸਕਦਾ। ਜਿਵੇਂ ਸਿਆਣਿਆਂ ਦਾ ਕਥਨ ਹੈ ਨਾ, ਇਤ ਕੇ ਨਾ ਉਤ ਕੇ ਵਿੱਚੇ ਖਾਵੇ ਗੁੱਤ ਕੇ। ਉਹ ਬੰਦਾ ਦੋਵੇਂ ਪਾਸੇ ਪੈਰ ਰੱਖਣ ਵਾਲਾ, ਨਾ ਉਧਰ ਜੋਗਾ ਨਾ ਉਧਰ ਜੋਗਾ, ਵਿੱਚੇ ਗੋਤੇ ਖਾ ਕੇ ਉਹਨੂੰ ਮਰਨਾ ਪੈਂਦਾ ਹੈ। ਇੱਦਾਂ ਸਾਧ ਸੰਗਤ ਜੀ ਦੁਬਿਧਾ ਦਾ ਸ਼ਿਕਾਰ ਹੋਏ ਜੀਵ ਦੀ ਹਾਲਤ ਹੈ। ਇੱਕ ਪਾਸੇ ਕਹੀ ਜਾਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿੱਖ ਹਾਂ, ਦਰ ਕੋਈ ਵੀ ਛੱਡਣਾ ਨਾ। ਗੰਗਾ ਗਏ ਤੇ ਗੰਗਾ ਰਾਮ ਬਣ ਗਏ, ਯਮੁਨਾ ਗਏ ਤੇ ਯਮੁਨਾ ਦਾਸ ਬਣ ਗਏ, ਭੀਖ ਵੀ ਉੱਦਾਂ ਦਾ ਬਣਾ ਲਿਆ। ਔਰ ਇਸ ਪ੍ਰਕਾਰ ਫਿਰ ਫਕਰਾਂ ਫਕੀਰਾਂ ਦੇਵੀ ਦੇਵਤੇ ਆਦਿਕ ਪੂਜਾ ਕੋਈ ਵੀ ਛੱਡਣੀ ਨਾ। ਅਖਵਾਉਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਕਿ ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ। ਪਰ ਦਰ ਕੋਈ ਵੀ ਛੱਡਣਾ ਨਾ, ਕਦੇ ਕਿਸੇ ਥਾਂ ਤੇ ਨੱਕ ਰਗੜਨਾ, ਕਦੇ ਕਿਸੇ ਥਾਂ ਤੇ ਜਾ ਕਰਕੇ ਗੋਡੇ ਟੇਕਦੇ ਰਹਿਣਾ। ਪਰ ਮਹਾਰਾਜ ਕਹਿੰਦੇ ਇਵੇਂ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਇੱਕ ਨਾਮਬੂ ਰੂਪ ਬੇੜੇ ਵਿੱਚ ਅਸਵਾਰ ਹੋਣਾ ਪਵੇਗਾ ਤਾਂ ਜੀਵ ਤੇਰਾ ਪਾਰ ਉਤਾਰਾ ਹੋਵੇਗਾ। ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਨੇ ਬੇਅੰਤ ਕੌਤਕ ਕੀਤੇ, ਜੀਵਾਂ ਦਾ ਭਲਾ ਕੀਤਾ। ਇੱਕ ਸਾਧ ਸੰਗਤ ਜੀ ਪਠਾਨ ਸੀ ਤੇ ਇਸ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਭਾਰੀ ਮਹਿਮਾ ਸਰਵਣ ਕੀਤੀ ਸੀ। ਇਹ ਗੁਰੂ ਕਲਗੀਧਰ ਪਿਤਾ ਖੁਦਾ ਦਾ ਅਵਤਾਰ ਨੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹਨ, ਪਰ ਅਜੇ ਤੱਕ ਦਰਸ਼ਨ ਨਹੀਂ ਸਨ ਕੀਤੇ। ਤੇ ਮਨ ਦੇ ਅੰਦਰ ਇਹ ਵਿਚਾਰ ਕੀਤੀ, ਦੂਰ ਉਸ ਨੇ ਵੱਡਾ ਕੋਈ ਵਪਾਰ ਇਹ ਕਾਰਜ ਕਰਨ ਵਾਸਤੇ ਜਾਣਾ ਸੀ। ਮਨ ਅੰਦਰ ਵਿਚਾਰ ਕੀਤੀ ਕਿ ਜਿਹੜਾ ਕੋਈ ਪੂਰਾ ਇੱਥੇ ਪੀਰ ਹੈ ਨਾ, ਪੂਰਾ ਗੁਰੂ ਹੈ, ਜੇਕਰ ਮੇਰੇ ਕਿਰਪਾ ਕਰੇਗਾ, ਮੇਰੇ ਵਪਾਰ ਦੇ ਵਿੱਚ ਵਾਧਾ ਕਰਾ ਦੇਵੇਗਾ, ਮੈਨੂੰ ਬਹੁਤਾ ਲਾਭ ਹੋਵੇਗਾ ਤੇ ਮੈਂ ਦਸਵੰਧ ਲਿਆ ਕਰਕੇ ਉਹਦੇ ਚਰਨਾਂ ਵਿੱਚ ਭੇਟ ਕਰਾਂਗਾ। ਤੇ ਸਾਧ ਸੰਗਤ ਜੀ ਜਦੋਂ ਵਪਾਰ ਕਰਨ ਗਿਆ ਤੇ ਬਹੁਤਾਂ ਨੂੰ ਲਾਭ ਪ੍ਰਾਪਤ ਹੋਇਆ। ਤੇ ਮਹਾਰਾਜ ਸਾਹਿਬ ਜੀ ਦੀ ਮਹਿਮਾ ਸੁਣੀ ਸੀ ਤੇ ਹਜੂਰ ਦੇ ਚਰਨਾਂ ਵਿੱਚ ਫਿਰ ਦਸਵੰਧ ਲੈ ਕਰਕੇ ਆਇਆ। ਅੰਤਰਜਾਮੀ ਸਤਿਗੁਰੂ ਜੀ ਨੇ ਪੁੱਛਿਆ ਕਿ ਭਲਿਆ ਤੂੰ ਕੌਣ ਹੈ ਤੇ ਕਿਸ ਵਾਸਤੇ ਆਇਆ? ਕਹਿੰਦਾ ਜੀ ਮੈਂ ਫਲਾਣੇ ਨਾਮ ਦਾ ਇਹ ਪਠਾਣੇ ਆ ਤੇ ਮਹਾਰਾਜ ਮੈਂ ਦਸਵੰਧ ਲੈ ਕਰਕੇ ਕਿਰਤ ਕਮਾਈ ਦੇ ਵਿੱਚ ਤੁਹਾਡੇ ਹਜੂਰ ਭੇਟ ਕਰਨ ਵਾਸਤੇ ਆਇਆ। ਤੇ ਸਤਿਗੁਰੂ ਜੀ ਨੇ ਪੁੱਛਿਆ, ਕਹਿਣ ਲੱਗੇ ਤੂੰ ਗੁਰੂ ਕਿਸ ਨੂੰ ਧਾਰਨ ਕੀਤਾ? ਕਹਿੰਦਾ ਜੀ ਗੁਰੂ ਤਾਂ ਮੈਂ ਨਿਗਾਹੇ ਨਾਮੇ ਪੀਰ ਨੂੰ ਧਾਰਨ ਕੀਤਾ। ਨਿਗਾਹੇ ਨਾਮੇ ਪੀਰ ਹੈ ਉਹ ਮੇਰਾ ਗੁਰੂ, ਮੈਂ ਉਸ ਨੂੰ ਗੁਰੂ ਧਾਰਨ ਕੀਤਾ, ਮੈਂ ਉਹਦਾ ਸਿੱਖ ਹਾਂ। ਤੇ ਸਤਿਗੁਰੂ ਜੀ ਕਹਿਣ ਲੱਗੇ ਭੇਟਾ ਵੀ ਫਿਰ ਉਸ ਨਿਗਾਹੇ ਪੀਰ ਦੇ ਕੋਲ ਹੀ ਜਾ ਕਰਕੇ ਅਰਪਣ ਕਰ, ਭੇਟਾ ਕਿਉਂ ਸਾਨੂੰ ਅਰਪਣ ਕਰਦਾ ਪਿਆ? ਤੇ ਕਹਿਣ ਲੱਗਾ ਨਹੀਂ ਮਹਾਰਾਜ ਇੱਛਾ ਤਾਂ ਤੁਸੀਂ ਪੂਰੀ ਕੀਤੀ ਹੈ। ਤੇ ਮਹਾਰਾਜ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕਿ ਕਿਸੇ ਦੇ ਜਿਹੜੇ ਮਾਲਕ ਦੇ ਪਸ਼ੂ ਹੋਣ, ਕਿਸੇ ਦੇ ਖੇਤਾਂ ਵਿੱਚ ਚਲੇ ਜਾਣ ਚਰਨ ਦੇ ਵਾਸਤੇ, ਜੇ ਉਹਨਾਂ ਨੂੰ ਹਟਾ ਕੇ ਬਾਹਰ ਕੱਢ ਦੇਵੇ ਤੇ ਉਹਨਾਂ ਦਾ ਮਾਲਕ ਥੋੜਾ ਬਣ ਜਾਂਦਾ। ਜੇਕਰ ਕਿਸੇ ਮਾਲਕ ਦੇ ਪਸ਼ੂ ਹੈ ਖੁੱਲ੍ਹ ਕਰਕੇ ਹੋਰ ਕਿਸੇ ਦੇ ਖੇਤਾਂ ਵਿੱਚ ਚਲੇ ਜਾਂਦੇ ਹੈ ਤੇ ਖੇਤਾਂ ਵਾਲਾ ਉਹਨਾਂ ਦਾ ਮਾਲਕ ਥੋੜਾ ਬਣ ਜਾਊ ਜੇ ਉਹਨਾਂ ਨੂੰ ਲਾਂਭੇ ਕਰ ਦੇਵੇਗਾ, ਕੱਢ ਦੇਵੇਗਾ। ਤੇ ਮਹਾਰਾਜ ਹਜੂਰ ਕਹਿੰਦੇ ਇਸੇ ਤਰ੍ਹਾਂ ਠੀਕ ਹੈ, ਤੇਰੇ ਮਨ ਦੀ ਆਸਾ ਪੂਰੀ ਹੋਈ ਹੈ, ਪਰ ਤੂੰ ਜਿਸ ਨੂੰ ਗੁਰੂ ਧਾਰਨ ਕੀਤਾ ਉਹਦੇ ਕੋਲ ਜਾ ਕੇ ਦਸਵੰਧ ਅਰਪਣ ਕਰ। ਤੇ ਪਰ ਫਿਰ ਜਿੱਦ ਕਰ ਲਈ ਮਹਾਰਾਜ ਨਹੀਂ, ਮੈਂ ਤਾਂ ਤੁਹਾਡੇ ਚਰਨਾਂ ਵਿੱਚ ਹੀ ਅਰਪਣ ਕਰਾਂਗਾ। ਫਿਰ ਮਹਾਰਾਜ ਕਹਿੰਦੇ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ, ਇੱਕ ਪਾਸੇ ਹੋਣਾ ਪਵੇਗਾ। ਜੇ ਸਾਡੀ ਸ਼ਰਨ ਧਾਰਨ ਕਰਨੀ ਹੈ ਫਿਰ ਇਧਰ ਸਿੱਖੀ ਦੀ ਦਾਤ ਜੇਕਰ ਪ੍ਰਾਪਤ ਕਰਨੀ, ਤੈਨੂੰ ਖੰਡੇ ਬਾਟੇ ਦੀ ਪਾਹੁਲ ਛਕਣੀ ਪਵੇਗੀ। ਫਿਰ ਹਜੂਰ ਦਾ ਬਚਨ ਮੰਨਿਆ ਸੀ, ਗੁਰੂ ਵਾਲਾ ਬਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੀ ਭੇਟਾ ਸਵੀਕਾਰ ਕੀਤੀ ਸੀ। ਸੋ ਇਸ ਲਈ ਸਾਧ ਸੰਗਤ ਜੀ, ਜਿਹੜਾ ਮਨੁੱਖ ਦੋ ਪਾਸੇ ਪੈਰ ਰੱਖਦਾ ਨਾ ਦੋਹਾਂ ਬੇੜੀਆਂ ਦੇ ਵਿੱਚ, ਉਹ ਕਦੇ ਪਾਰ ਨਹੀਂ ਹੋ ਸਕਦਾ। ਸਾਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ, ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇ ਅਜੇ ਤੱਕ ਅਸੀਂ ਗੁਰੂ ਵਾਲੇ ਨਹੀਂ ਬਣੇ, ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ। ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਕਿੰਨੇ ਚੰਗੇ ਭਾਗ ਹਨ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖੀ ਸਰੂਪ ਵੀ ਬਖਸ਼ਿਆ ਤੇ ਸਤਿਗੁਰੂ ਜੀ ਦੀ ਸ਼ਰਨ ਸਾਨੂੰ ਧਾਰਨ ਕਰਨੀ ਚਾਹੀਦੀ ਹੈ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਲੈ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਚਾਹੀਦਾ। ਤਾਂ ਹੀ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ। ਤਾਂ ਹੀ ਸਤਿਗੁਰੂ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਅਖਵਾਉਣ ਦੇ ਯੋਗ ਹੋ ਸਕਾਂਗੇ। ਜੇ ਮਹਾਰਾਜ ਜੀ ਦਾ ਬਚਨ ਹੀ ਨਹੀਂ ਮੰਨਦੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਭਲਾ ਕਿਵੇਂ ਪ੍ਰਾਪਤ ਕਰ ਸਕਦੇ ਆ? ਇੰਨੀ ਦੂਰੋਂ ਸਾਧ ਸੰਗਤ ਅਸੀਂ ਮਹਾਰਾਜ ਜੀ ਦੀਆਂ ਖੁਸ਼ੀਆਂ ਪਾਉਣ ਵਾਸਤੇ ਤਾਂ ਚੱਲ ਕਰਕੇ ਆਏ ਆ ਨਾ, ਤੀਰਥ ਯਾਤਰਾ ਵਾਸਤੇ। ਕਿੰਨੇ ਹਜ਼ਾਰਾਂ ਮੀਲ ਦੂਰ ਚੱਲ ਕਰਕੇ ਆਏ ਆ, ਕੋਈ ਪੰਜਾਬ ਤੋਂ, ਕੋਈ ਹੋਰ ਕਿਸੇ ਸਟੇਟ ਤੋਂ, ਕੋਈ ਵਿਦੇਸ਼ਾਂ ਤੋਂ ਚੱਲ ਕਰਕੇ ਆਏ ਆ। ਇਸੇ ਵਾਸਤੇ ਆਏ ਕਿ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣ, ਸਤਿਗੁਰੂ ਜੀ ਦੇ ਦੀਦਾਰ ਪਰਸਨ ਵਾਸਤੇ ਆਏ ਹਾਂ। ਤੇ ਸਾਧ ਸੰਗਤ ਜੀ, ਮਹਾਰਾਜ ਸਤਿਗੁਰੂ ਜੀ ਖੁਸ਼ੀਆਂ ਤਾਂ ਹੀ ਬਖਸ਼ਿਸ਼ ਕਰਨਗੇ ਨਾ ਜੇ ਸਤਿਗੁਰੂ ਜੀ ਦਾ ਬਚਨ ਮੰਨਾਂਗੇ। ਇਸ ਲਈ ਗੁਰੂ ਵਾਲੇ ਬਣ ਕੇ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਸਤਿਗੁਰੂ ਜੀ ਦੇ ਸਾਨੂੰ ਲੜ ਲੱਗਣਾ ਚਾਹੀਦਾ। ਇਹ ਬੇਨਤੀ ਪ੍ਰਵਾਨ ਕਰਨੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਰਹਿਤਨਾਮੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਨਾ, ਕਿ ਕੇਸਾਂ ਤੇ ਸ਼ਸਤਰਾਂ ਤੋਂ ਬਿਨਾਂ ਸਾਡੇ ਦੀਦਾਰ ਨਹੀਂ ਕਦੇ ਸਾਨੂੰ ਸਿੱਖ ਨੂੰ ਪ੍ਰਾਪਤ ਹੋ ਸਕਦੇ। ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਾਹ ਕਾਨ ਤਾਕੈ ਕਿਸੇ ਲੈ ਸਿਧਾਨੋ। ਕਿਸੇ ਪਾਸੇ ਵੀ ਭੇਡ ਨੂੰ ਫੜ ਕੇ ਕੋਈ ਲੈ ਕੇ ਜਾ ਸਕਦਾ। ਤੇ ਜੇਕਰ
ਸ਼ਸਤਰ ਕੋਲ ਹੋਵੇ ਤੇ ਸਾਧ ਸੰਗਤ ਜੀ ਕਿਵੇਂ ਕੋ ਪਕੜ ਕਰਕੇ ਲੈ ਕੇ ਜਾ ਸਕਦਾ ਹੈ। ਇਹ ਹੈ ਮੋਰ ਆਗਿਆ ਸੁਨ ਹੋਰੇ ਪਿਆਰੇ, ਬਿਨਾ ਸ਼ਸਤਰ ਕੇ ਸੰਗ ਨਾ ਦੇਵੋਂ ਦਿਦਾਰੇ। ਗੁਰੂ ਕਲਗੀਧਰ ਪਿਤਾ ਮਹਾਰਾਜ ਹਜੂਰ ਕਹਿੰਦੇ ਹਨ ਕਿ ਸਾਡੇ ਦੀਦਾਰ ਨੇ ਹੀ ਗੁਰਸਿੱਖ ਤੈਨੂੰ ਪ੍ਰਾਪਤ ਹੋਣ ਵਾਲੇ, ਜੇ ਕੇਸ ਤੇ ਸ਼ਸਤਰ ਨੇ ਤੂੰ ਧਾਰਨ ਕਰਕੇ ਰੱਖਦਾ। ਭਾਵ ਸਾਬਤ ਸੂਰਤ ਹੋ ਕਰਕੇ ਤੂੰ ਸ਼ਸਤਰ ਨੇ ਧਾਰਨ ਕਰਦਾ, ਪੰਜਾਂ ਕਕਾਰਾਂ ਦਾ ਨਿਤਨੇਮ ਦਾ ਧਾਰਨੀ ਨਹੀਂ ਬਣਦਾ, ਸਾਡੇ ਦੀਦਾਰ ਨਹੀਂ ਤੈਨੂੰ ਪ੍ਰਾਪਤ ਹੋਣ ਵਾਲੇ। ਇਸ ਲਈ ਸਾਧ ਸੰਗਤ ਜੀ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਬਣੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲਾ ਬਣਾਵੋ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਭਗਤ ਵਸ਼ਲ ਹਰ ਬਿਰਦ ਹੈ, ਹਰ ਲਾਜ ਰਖਾਇਆ। ਜਨ ਨਾਨਕ ਸਰਨਾਗਤੀ, ਹਰ ਨਾਮ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ,